ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵੈਲਕਮ ਜੀ ਕਿਦਾ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਜੀ। ਜੀ ਜੀ ਮਿਹਰਬਾਨੀ, ਥੈਂਕ ਯੂ। ਅੱਜ ਬੜਾ ਵੱਡਾ ਇਤਿਹਾਸਕ ਦਿਨ ਹੈ। ਕਿਸਾਨ ਮਨਾਉਣ ਜਾ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਲੀਦਾਨ ਦਿਵਸ। ਹਾਂਜੀ, ਇੱਕ ਪਿੰਡ ਵਸਿਆ ਹੋਇਆ ਹੈ ਉੱਥੇ, ਉਸ ਪਿੰਡ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਤਿਉਹਾਰ ਨੇ ਉਹ ਮਨਾਏ ਜਾ ਰਹੇ ਨੇ ਅਤੇ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਸ਼ਰਧਾਂਜਲੀ ਹੋਵੇਗੀ ਕਿ ਕਿਸਾਨਾਂ ਨੇ ਯਾਦ ਰੱਖਿਆ ਉਸ ਆਪਣੇ ਮਸੀਹੇ ਨੂੰ ਜਿਸ ਨੇ ਕਿਸਾਨਾਂ ਨੂੰ ਉਹਨਾਂ ਦੇ ਥੱਲੇ ਵਗਦੀਆਂ ਹੋਈਆਂ ਜਿਹੜੀਆਂ ਪੈਲੀਆਂ ਸਨ ਉਹਨਾਂ ਦੇ ਵਾਰਸ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਬੜਾ ਵੱਡਾ ਇੱਕ ਕਦਮ ਸੀਗਾ, ਬਹੁਤ ਵੱਡਾ ਇੱਕ ਉਹਨਾਂ ਦਾ ਜਿਹੜਾ ਕਹਿ ਸਕਦੇ ਹਾਂ ਕਿ ਅਨੋਖਾ ਕਾਰਨਾਮਾ ਸੀਗਾ ਜੋ ਦੁਨੀਆ 'ਤੇ ਪਹਿਲੀ ਵਾਰ ਜੇਕਰ ਤੁਸੀਂ ਪੜ੍ਹਦੇ ਹੋ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਹਿੱਸੇ ਆਇਆ। ਕੀ ਕਹਿਣਾ ਚਾਹੋਗੇ? ਬੰਦਾ ਸਿੰਘ ਬਹਾਦਰ, ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਜਦੋਂ ਆਉਂਦਾ ਏਦਾਂ ਹੁੰਦਾ ਵੀ ਇਹੋ ਜਿਹੀ ਸ਼ਹੀਦੀ ਸੀਗੀ। ਉਹ ਉਹਨਾਂ ਦਾ ਪੁੱਤਰ ਅਜੇ ਸਿੰਘ, ਛੋਟੀ ਜਿਹੀ ਉਮਰ ਸੀਗੀ ਤੇ ਉਹਨਾਂ ਦਾ ਜਿਹੜਾ ਕਾਲਜਾ ਕੱਢ ਕੇ ਬਾਬਾ ਜੀ ਦੇ ਮੂੰਹ 'ਚ ਪਾਇਆ ਜਾ ਰਿਹਾ। 9 ਜੂਨ 1716 ਗੁਰਦਾਸਪੁਰ ਗੜੀ ਦੇ ਵਿੱਚੋਂ ਜਿਸ ਤਰੀਕੇ ਨਾਲ ਉਹ ਰਹੇ ਉੱਥੇ, ਜਿੱਦਾਂ ਗੁਰਦਾਸਪੁਰ ਗੜੀ ਦੇ ਵਿੱਚ ਅਬਦੁਲ ਸਮੁੰਦ ਖਾਨ ਨੇ ਕੁਰਾਨ ਤੇ ਲਿਖ ਕੇ ਸਹੁੰਆਂ ਖਾ ਕੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਹਾਡੇ ਖਿਲਾਫ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਤੇ ਮੈਂ ਸਹੁੰ ਕੁਰਾਨ ਤੇ ਲਿਖ ਕੇ ਭੇਜਦਾ ਕਿ ਤੁਸੀਂ ਗ੍ਰਿਫਤਾਰ ਹੋ ਜਾਓ, ਤੁਹਾਡੇ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਏਗੀ। ਅਬਦੁਲ ਸਮੁੰਦ ਖਾਨ ਦੀ ਭਾਵੇਂ ਇਸ ਗੱਲ ਤੇ ਪੂਰੇ ਤਰ੍ਹਾਂ ਵਿਸ਼ਵਾਸ ਨਹੀਂ ਕੀਤਾ ਉਹਨਾਂ ਨੇ, ਪਰ ਫਿਰ ਵੀ ਮੌਕਾ ਸੀਗਾ, ਨਜ਼ਾਕਤ ਸੀ। ਚਲੋ ਇੱਕ ਵਾਰੀ ਜਦੋਂ ਕੁਰਾਨ ਤੇ ਸਹੁੰ ਖਾਈ ਜਾ ਰਹੀ ਹੈ ਤਾਂ ਫਿਰ ਠੀਕ ਹੈ। ਉਹ ਬਾਹਰ ਆ ਗਏ ਸੀ, ਗ੍ਰਿਫਤਾਰ ਹੋ ਗਏ ਸੀਗੇ। ਪਤਾ ਲੱਗਿਆ ਦਿੱਲੀ ਦੇ ਮਹਾਰਾਜੇ ਨੂੰ, ਜਿਹੜਾ ਦਿੱਲੀ ਦਾ ਮੁਗਲ ਬਾਦਸ਼ਾਹ ਸੀਗਾ, ਵੀ ਅਬਦੁਲ ਸਮੁੰਦ ਖਾਨ ਨੇ ਤਾਂ ਕੁਰਾਨ ਤੇ ਸਹੁੰ ਖਾ ਕੇ ਭੇਜਿਆ ਉਹਨੂੰ ਤੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਂਗੇ, ਉਹਨੂੰ ਬਦਲ ਦਿਓ। ਉਹਨੂੰ ਫਿਰ ਲਾਹੌਰ ਭੇਜ ਦਿੱਤਾ ਗਿਆ। ਉਹਦੇ ਪੁੱਤਰ ਜ਼ਕਰੀਆ ਖਾਨ ਨੂੰ ਕਿਹਾ ਗਿਆ ਕਿ ਤੂੰ ਲੈ ਕੇ ਆਏ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ। ਤੇ ਬਾਅਦ ਪਤਾ ਫਿਰ 9 ਜੂਨ ਨੂੰ ਹਾਲਾਤ ਜੋ ਵਾਪਰੇ ਦੋ ਕਿਵੇਂ ਲੈ ਕੇ ਆਏ ਨੇ ਉੱਥੋਂ। ਤੇ ਅੱਜ ਦੀ ਸ਼ਹੀਦੀ ਜਿਹੜੀ ਹੈਗੀ ਹੈ ਕਿਸਾਨ ਮਨਾ ਰਹੇ ਨੇ ਬਾਬਾ ਜੀ ਦੀ, ਜਿਹੜਾ ਬਲੀਦਾਨ ਦਿਵਸ ਹੈਗਾ, ਮਨਾਉਣਾ ਵੀ ਚਾਹੀਦਾ। ਆਪਾਂ ਕੱਲ ਵੀ ਗੱਲ ਕੀਤੀ ਸੀ, ਇਹ ਤਾਂ ਜ਼ਰੂਰੀ ਹੈ ਮਨਾਉਣਾ। ਚਾਵਲਾ ਸਾਹਿਬ, ਅੱਜ ਦਾ ਦਿਨ ਜਿਹੜਾ ਹੈਗਾ ਬੜਾ ਜਿਹੜਾ ਹੋਰ ਵੀ ਇਤਿਹਾਸਕ ਤੱਥਾਂ ਨਾਲ ਸੰਬੰਧ ਰੱਖਦਾ। ਗੁਰੂ ਤੇਗ ਬਹਾਦਰ ਸਾਹਿਬ ਯੂਪੀ ਤੇ ਬਿਹਾਰ, ਬੰਗਾਲ ਤੇ ਅਸਾਮ ਦੇ 8 ਸਾਲਾ ਦੌਰੇ ਲਈ ਕੀਰਤਪੁਰ ਸਾਹਿਬ ਤੋਂ ਚੱਲੇ ਸੀਗੇ 9 ਜੂਨ 1656 ਨੂੰ। ਇਸੇ ਦਿਨ ਪੰਜਾਬ ਯੂਨੀਵਰਸਿਟੀ ਦੇ ਹਿੰਦੂ ਸੈਨੇਟਰਾਂ ਨੇ ਪੰਜਾਬੀ ਨੂੰ ਮੀਡੀਅਮ ਬਣਾਉਣ ਦੀ ਮੁਖਾਲਫਤ ਕੀਤੀ ਸੀ, ਖਿਲਾਫਤ ਕੀਤੀ ਸੀ। ਪੰਜਾਬੀ ਮੀਡੀਅਮ ਬਣ ਰਿਹਾ ਸੀਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅੱਜ ਕੱਲ੍ਹ। ਇਹ 9 ਜੂਨ 1949 ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿਹੜੇ ਉੱਥੇ ਹਿੰਦੂ ਸੈਨੇਟਰ ਸੀਗੇ, ਸੈਨੇਟ ਚੋਣਾਂ ਹੁੰਦੀਆਂ ਨੇ, ਸੈਨੇਟ ਦੇ ਸੈਨੇਟਰ ਬਣਦੇ ਨੇ, ਉਹਨਾਂ ਵੱਲੋਂ ਉਹਦੀ ਵਿਰੋਧਤਾ ਕੀਤੀ ਗਈ ਸੀ। ਮੋਖਾ ਪਿੰਡ 'ਚ ਗੁਰੂ ਗ੍ਰੰਥ ਸਾਹਿਬ ਦੇ 15 ਸਰੂਪ ਮਹੰਤ ਵੱਲੋਂ ਸਾੜ ਕੇ ਬੇਅਦਬੀ ਕੀਤੀ ਗਈ ਸੀ 9 ਜੂਨ 1982 ਨੂੰ। ਇਹ ਵੀ ਘਟਨਾ ਅੱਜ ਦੀਆਂ ਨੇ। ਚਾਵਲਾ ਸਾਹਿਬ, ਵੌਇਸ ਆਫ ਸਿਟੀ 1320 AM ਤੇ ਗੱਲ ਰਾਤੀ ਸਵੇਰੇ ਆਪਾਂ ਉਦੋਂ ਠਾਕਰ ਸਾਹਿਬ ਦੀ ਗੱਲ ਕਰ ਰਹੇ ਸਾਂ ਕਿ ਉਹਨਾਂ ਨੇ ਨਰਿੰਦਰ ਮੋਦੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ। ਉਹਦੇ ਵਿੱਚ ਰਾਜਨੀਤਿਕ ਮੁੱਦੇ ਤਾਂ ਉਹਨਾਂ ਰੱਖੇ ਤੇ ਪਰ ਉਹਨਾਂ ਨੇ ਐਲੀਟ ਲੋਕਾਂ ਤੱਕ ਆਪਣੀ ਜਿਹੜੀ ਮਰਾਠੀ ਭਾਸ਼ਾ ਹੈ ਉਹਦੀ ਪਹੁੰਚ ਕਰਨ ਦੀ ਵੀ ਗੱਲ ਰੱਖੀ। ਤੇ ਮੇਰਾ ਸਿਰ ਝੁਕਦਾ ਹੈ ਇਹੋ ਜਿਹੇ ਲੋਕਾਂ ਦੇ, ਚਾਹੇ ਉਹ ਕਿਸੇ ਵੀ ਮਜ਼ਹਬ ਦੇ ਵਿੱਚ ਹੋਣ, ਕਿਸੇ ਵੀ ਧਰਮ ਦੇ ਵਿੱਚ, ਨਾ ਉਹ ਆਪਣੀ ਮਾਤਰ ਭਾਸ਼ਾ ਪ੍ਰਤੀ ਜੋ ਉਹਨਾਂ ਦਾ ਮੋਹ ਹੈ ਨਾ। ਹਿੰਦੀ ਨਾਲ ਅਸੀਂ ਕੋਈ ਵੈਰ ਵਿਰੋਧ ਨਹੀਂ ਰੱਖਦੇ, ਸਾਨੂੰ ਪੜ੍ਹਾਈ ਗਈ, ਅਸੀਂ ਪੜ੍ਹੀਏ, ਸਾਨੂੰ ਸਿਖਾਈ ਗਈ ਉਸ ਕਰਕੇ ਕਿ ਅਸੀਂ ਕਿਸੇ ਵੀ ਸੂਬੇ ਦੇ ਵਿੱਚ ਭਾਰਤ ਜਾਵਾਂਗੇ ਸਾਡੇ ਕੰਮ ਆਵੇਗੀ। ਪਰ ਸਾਡੀ ਭਾਸ਼ਾ ਮਾਂ ਜਿਹੜੀ ਹੈ ਪੰਜਾਬੀ ਬੋਲੀ ਹੈ ਉਹ ਸਾਡੀ ਹੈ। ਜਿਵੇਂ ਮੇਰੇ ਨਾਨਜੂ ਜੀ ਬੈਠੇ ਨੇ, ਇਹਨਾਂ ਦੀ ਮਾਤਰ ਭਾਸ਼ਾ ਹਿੰਦੀ ਹੈ, ਕੋਈ ਗੁਜਰਾਤੀ ਹੈ, ਕੋਈ ਬੰਗਾਲੀ ਹੈ, ਕੋਈ ਮਦਰਾਸੀ ਹੈ, ਕੋਈ ਤਾਮਿਲ ਹੈ। ਹਾਂਜੀ, ਹਾਲਾਂਕਿ ਬੇਸਿਕਲੀ ਇਹ ਬਨਾਰਸ ਤੋਂ ਨੇ ਅਤੇ ਜੀ ਉੱਥੇ ਮਤਲਬ ਇਹਨਾਂ ਨੇ ਪਹਿਲਾ ਸ਼ਬਦ ਕੋਈ ਬਨਾਰਸ ਦਾ ਬੋਲਿਆ ਅਤੇ ਟੈਕਨੀਕਲੀ ਇਹ ਲੈਂਗੁਏਜ ਉਹਨਾਂ ਦੀ ਜਿਹੜੀ ਹੈ ਉਹ ਬਣਦੀ ਹੈ ਮਦਰ ਭਾਸ਼ਾ। ਹਾਂਜੀ, ਸੋ ਬਟ ਜਿੱਥੇ ਤੁਸੀਂ ਜ਼ਿਆਦਾ ਗ੍ਰਜ ਹੋ ਜਾਓ ਜਾਂ ਜਿਹੜਾ ਤੁਹਾਨੂੰ ਜ਼ਿਆਦਾ ਹੋ ਜਾਵੇ, ਉਹ ਤੁਸੀਂ ਜਦੋਂ ਬੋਲਦੇ ਹੋ ਤਾਂ ਉਹ ਇਹ ਨਹੀਂ ਕਿ ਤੁਹਾਡੀ ਉਹ ਮਾਤਰ ਭਾਸ਼ਾ ਤੁਹਾਡੀ ਉਹ ਮਾਂ ਬੋਲੀ ਹੈ। ਮੇਰਾ ਸਿਰ ਝੁਕਦਾ ਉਦੋਂ ਠਾਕੁਰ ਹੋਣਾ ਅੱਗੇ ਕਿ ਉਹਨਾਂ ਨੇ ਉਹ ਐਲੀਟ ਲੋਕ ਜਿਹੜੇ ਜਿਵੇਂ ਸਾਡੇ ਕੁਝ ਲੋਕ ਪੜ੍ਹੇ ਲਿਖੇ ਜਾਹਲ ਕਿਸਮ ਦੇ ਲੋਕ ਜਿਹੜੇ ਨੇ ਉਹ ਪੰਜਾਬੀ ਤੋਂ ਕਿਨਾਰਾ ਕਰਦੇ ਨੇ ਕਿ ਜੀ ਅਸੀਂ ਪੰਜਾਬੀ ਨਹੀਂ ਬੋਲਣੀ, ਇਹ ਤਾਂ ਜਟਕੀ ਤੇ ਗਵਾਰੀ ਬੋਲੀ ਹੈ।
ਭੁੱਲ ਜਾਂਦੇ ਨੇ ਲਾਹਨਤੀ ਕਿ ਇਸੇ ਬੋਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ 1430 ਪੰਨਿਆਂ ਦੇ ਆਲੇ ਦੁਆਲੇ ਉਹ ਵੱਡਿਓ ਬਹਾਦਰੋ, ਵੱਡਿਓ ਪੜਾਕੂਓ, ਵੱਡਿਓ ਜਿਹੜੀ ਤੁਹਾਡੀ ਜਿਹੜੀ ਨੌਲੇਜ ਹੈ ਜ਼ੀਰੋ ਹੋ ਜਾਂਦੀ ਜਦੋਂ ਤੁਸੀਂ ਇਹਦੇ ਨਤਮਸਤਕ ਹੁੰਦੇ ਹੋ। ਤੇ ਇਹਦੇ ਵਿੱਚੋਂ ਹੀ ਦੁੱਖ ਵੇਲੇ ਸੁੱਖ ਵੇਲੇ ਤੁਸੀਂ ਫਿਰ ਪਾਠ ਵੀ ਕਰਦੇ ਹੋ ਤੇ ਇਹਦੇ ਆਲੇ ਦੁਆਲੇ ਤੁਸੀਂ ਆਪਣਾ ਗ੍ਰਸਤੀ ਜੀਵਨ ਜ਼ਿੰਦਗੀ ਦਾ ਸਾਥੀ ਚੁਣਦੇ ਹੋਏ ਲਾਵਾਂ ਫੇਰੇ ਵੀ ਲੈਂਦੇ ਹੋ। ਇਹਨੂੰ ਕਹਿੰਦੇ ਦੀਵੇ ਤਲੇ ਅੰਧੇਰਾ। ਖੈਰ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜ਼ਿਕਰ ਕੀਤਾ ਤੁਸੀਂ ਤਾਂ ਫਿਰ ਅੰਤਰੀਆਂ ਖੁੱਲ ਜਾਂਦੀਆਂ ਨੇ। ਤੁਸੀਂ ਗੱਲ ਕੀਤੀ ਜ਼ਕਰੀਆ ਖਾਨ ਦੀ, ਅਬਦੁਲ ਸਮਦ ਖਾਨ ਦੀ, ਉਹਨੇ ਖਾਧੀ ਸਹੁੰ, ਉਹਨੂੰ ਲਾਂਭੇ ਕਰਤਾ, ਇੱਕ ਰਾਜਨੀਤੀ ਸ਼ਤਰੰਜ ਹੋ ਗਈ। ਜ਼ਕਰੀਆ ਖਾਨ ਤੇ ਪਹਿਲਾਂ ਹੀ ਸੜਿਆ ਭੁੱਜਿਆ ਫਿਰਦਾ ਸੀ ਕਿਉਂਕਿ ਉਹਨੂੰ ਤਾਂ ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਨੇ ਭਾਬੀ ਬਣਾ ਲਿਆ ਸੀ ਆਪਣੀ, ਹੋਵੇ ਸਮੇਂ ਦਾ ਹਾਕਮ, ਹਾਂਜੀ, ਤੇ ਢੋਰੀ ਪਟਾ ਦਿੱਤੀ ਹੋਵੇ ਕਿ ਮੇਰੇ ਰਾਜ ਦੇ ਵਿੱਚ ਸਿੱਖ ਹੈ ਨਹੀਂ, ਫੜ ਕੇ ਲਿਆਉਣ ਵਾਲੇ ਨੂੰ ਫੜ ਕੇ ਲਿਆਉਣ ਵਾਲੇ ਨੂੰ ਕੁਝ ਵੱਖਰਾ ਨਾਮ, 10 ਪਾਉਣ ਵਾਲੇ ਨੂੰ ਕੁਝ ਵੱਖਰਾ ਇਨਾਮ, ਸਿਰ ਲੈ ਕੇ ਆਉਣ ਵਾਲੇ ਨੂੰ ਕੁਝ ਵੱਖਰਾ ਇਨਾਮ, ਅਤੇ ਵੱਖ-ਵੱਖ ਤਰ੍ਹਾਂ ਦੇ ਇਨਾਮ ਦਿੰਦਾ ਸੀ ਜ਼ਕਰੀਆ ਖਾਨ ਸਿੱਖਾਂ ਦੇ। ਉਹਨੇ ਇੰਨਾ ਕਹਿਰ ਮਚਾਇਆ ਸੀ ਤੇ ਉਸ ਨੂੰ 2 ਬਹਾਦਰ ਯੋਧਿਆਂ ਨੇ, ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਨੇ ਭਾਬੀ ਖਾਨੋਂ ਲੈ ਕੇ ਇੱਕ ਲੈਟਰ ਨਹੀਂ ਭੇਜਿਆ, ਚਿੱਠੀ ਨਹੀਂ ਭੇਜੀ ਕੱਲੀ। ਉਹੀ ਜਿਹੜੇ ਕਹਿੰਦੇ ਜਾ ਰਹੇ ਸੀ ਕਿ ਸਿੱਖ ਖਤਮ ਹੋ ਗਏ, ਉਹਨਾਂ ਕੋਲੋਂ ਜਿਹੜਾ ਹੈ ਉੱਥੇ ਟੈਕਸ ਵੀ ਲਿਆ। ਉਦੋਂ ਖੋਤਿਆਂ ਤੇ ਜਾਂਦੇ ਸੀ, ਘੋੜਿਆਂ ਤੇ ਜਾਂਦੇ ਸੀ, ਗੱਡਿਆਂ ਤੇ ਜਾਂਦੇ ਸੀ, ਪੈਦਲ ਜਾਂਦੇ ਸੀ। ਉਹ ਹੈਸੀਅਤ ਦੇ ਮੁਤਾਬਕ ਟੈਕਸ ਲੈ ਕੇ ਫਿਰ ਉਹਨੂੰ ਜ਼ਕਰੀਆ ਖਾਨ ਨੂੰ ਭਾਬੋ ਵੀ ਕਹਿ ਕੇ ਤੂੰ ਸਾਡੀ ਭਾਬੀ ਆ, ਮਜ਼ਾਕ ਕੀਤਾ। ਉਹ ਤਾਂ ਸੜਿਆ ਪੁੱਜਿਆ ਸੀ। ਉਹਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੱਸ ਕੇ, ਕਿਉਂਕਿ ਗ੍ਰਿਫਤਾਰ ਹੀ ਹੋ ਗਿਆ ਸੀ ਨਾ ਜਦੋਂ ਗ੍ਰਿਫਤਾਰ ਹੋ ਗਿਆ, ਤੇ ਫਿਰ ਤਾਂ ਕਲਗੀ ਸਜਾਉਣੀ ਸੀ ਉਹਨੇ ਵੀ ਵੇਖ ਲਓ ਵੀ ਮੈਂ ਫੜ ਕੇ ਲੈ ਕੇ ਆਂਦਾ। ਔਰ ਇਸ ਕਮੀਨੇ ਦੇ ਰਾਜ ਦੇ ਵਿੱਚ 2 ਵਾਰੀ ਖਾਲਸਾ ਰਾਜ ਹੋਇਆ। ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਰਾਜ ਸੀਗਾ ਉਸ ਵਕਤ ਦਾ, ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਦੇ ਰਾਜ ਦੇ ਵਿੱਚ ਹੀ, ਇਹਦੇ ਸਮੇਂ ਦੇ ਵਿੱਚ ਹੀ ਖਾਲਸਾ ਰਾਜ ਜਿਹੜਾ ਹੈ ਉਹ ਲੈ ਕੇ ਆਂਦਾ। ਔਰ ਤੀਜੀ ਵਾਰੀ ਜੇਕਰ ਤੁਸੀਂ ਵੇਖ ਲਓ ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਗੋਇੰਦਵਾਲ ਸਾਹਿਬ ਤੋਂ ਕੁਝ 5 ਕਿਲੋਮੀਟਰ ਦੂਰੀ ਸ੍ਰੀ ਤਰਨਤਾਰਨ ਸਾਹਿਬ ਨੂੰ ਆਉਂਦਿਆਂ ਪਿੰਡ ਫਤਿਆਬਾਦ ਦੇ ਵਿੱਚ ਖਾਲਸਾ ਰਾਜ ਬਣਾਇਆ। ਇੰਨੀ ਇਹਦੀ ਨਾਸੀ ਧੂੰਆਂ ਲਿਆਂਦਾ ਰੱਖਿਆ। ਪਰ ਫਿਰ ਵੀ ਆਪਾਂ ਅੱਗੇ ਵਧੀਏ ਕਿ ਅੱਜ ਕਿਸਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਲੀਦਾਨ ਦਿਵਸ ਮਨਾ ਰਹੇ ਨੇ। ਚੰਗੀ ਗੱਲ ਹੈ ਜੀ, ਉਹਦੀ ਕੁਰਬਾਨੀ ਜਿਹੜੀ ਹੈ ਹਮੇਸ਼ਾ ਹੀ ਸਿਰ ਚੁੱਕਦਾ ਰਹੇਗਾ। ਬੜੀ ਵੱਡੀ ਕੁਰਬਾਨੀ ਹੈ। ਇੱਕ ਪਿਓ ਦਾ ਕਿੱਡਾ ਵੱਡਾ ਜਿਗਰਾ ਹੋਵੇਗਾ ਕਿ ਉਹਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਮੂੰਹ ਦੇ ਵਿੱਚ ਪਾ ਦੇਣਾ ਵੀ ਇਸ਼ਟ ਕਬੂਲ ਕਰ ਲਾ। ਹਾਂਜੀ, ਤੇ ਸਾਡੇ ਕੁਝ ਆ ਲੀਡਰ ਠੇਠਰ ਜਿਹੜੇ ਨੇ ਥਾਂ ਥਾਂ ਤੇ ਜਾ ਕੇ ਤੇ ਮੂੰਹ 'ਚ ਥੁਕਾਉਂਦੇ ਫਿਰਦੇ ਨੇ, ਆ ਜਾਓ ਵੀ ਲੈ ਲਓ ਨਾਮ, ਤੇ ਫਿਰ ਸਟੇਜਾਂ ਤੇ ਚੜ੍ਹ ਕੇ ਤੇ ਵੱਡੇ ਵੱਡੇ ਨਾਅਰੇ ਲਾਉਂਦੇ ਨੇ, ਵਿਖਾਵਾ ਬੜਾ ਵੱਡਾ ਕਰਦੇ ਨੇ ਕਿ ਅਸੀਂ ਸਭ ਤੋਂ ਵੱਡੇ ਹਾਂ, ਸਾਡੇ ਮਗਰ ਲੱਗ ਜਾਓ, ਅਸੀਂ ਤੁਹਾਨੂੰ ਆਹ ਦਵਾ ਦਾਂਗੇ। ਉਹ ਦੋਣਾ ਕੀ ਆ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਡੇ ਵੱਡੇ ਮਹਿਲ, ਵੱਡੀਆਂ ਵੱਡੀਆਂ ਜਾਇਦਾਦਾਂ, ਵੱਡੇ ਵੱਡੇ ਧਨ ਦੌਲਤ ਦੇ ਅੰਬਾਰ ਆਪਣੇ ਧੀਆਂ ਪੁੱਤਾਂ ਵਾਸਤੇ ਲਾਉਣੇ ਨੇ। ਪਤਾ ਉਹਨਾਂ ਦਾ ਕੋਈ ਵੀ ਨਹੀਂ ਤੇ ਪਤਾ ਆਪਣਾ ਵੀ ਕੋਈ ਨਹੀਂ, ਕਿਹੜੇ ਵੇਲੇ ਕਦੋਂ ਕੀ ਵਾਪਰ ਜਾਣਾ। ਸ੍ਰੀ ਦਰਬਾਰ ਸਾਹਿਬ ਤੇ ਹੋਏ ਭਾਰਤੀ ਫੌਜ ਦੇ ਹਮਲੇ ਦੇ ਬਾਬਤ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਕਾਨੂੰਨੀ ਮਾਹਰਾਂ ਦੀ ਰਾਏ ਲੈ ਰਹੀ ਹੈ ਸ਼੍ਰੋਮਣੀ ਕਮੇਟੀ। ਪੜ੍ਹ ਰਿਹਾ ਸੀ ਮੈਂ, 1985 ਵਿੱਚ ਇਹਨਾਂ ਨੇ 1000 ਕਰੋੜ ਰੁਪਇਆ ਜੋ ਕੌਮ ਦਾ ਸਰਮਾਇਆ ਸੀ ਨਾ, ਉਹ ਅੱਜ ਤੱਕ 1000 ਕਰੋੜ ਰੁਪਏ, ਛੋਟੀ ਜਿਹੀ ਰਕਮ ਨਹੀਂ ਹੈ, ਦਿੱਲੀ ਹਾਈ ਕੋਰਟ ਦੇ ਵਿੱਚ ਪਾਈ ਸੀ ਪਟੀਸ਼ਨ। ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਇਹ ਨਾ ਬੀਬੀ ਜਗੀਰ ਕੌਰ ਨੇ ਜਿਹੜਾ ਇਹ ਮੁੱਦਾ ਕਾਫੀ ਪੁਰਾਣਾ ਹੈਗਾ ਤੇ ਉਸ ਗੱਲ ਨੂੰ ਕਰਦੇ ਹਾਂ। ਉਹਨੇ ਕਿਹਾ ਕਿ ਕਾਨੂੰਨੀ ਨੁਕਤਾ ਨਿਗਾਹ ਤੋਂ ਆਪਾਂ ਜਾਣੀਏ ਕਿ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਜੋ ਨੁਕਸਾਨ ਹੋਇਆ ਸੀਗਾ ਉਹਦੀ ਭਰਪਾਈ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ ਹੈ ਤੇ ਉਹ ਹੋਣੀ ਚਾਹੀਦੀ ਸੀਗੀ। 36 ਸਾਲ ਬੀਤ ਗਏ ਆ ਕੇਸ ਪਾਏ ਨੂੰ ਦਿੱਲੀ ਹਾਈ ਕੋਰਟ ਦੇ ਵਿੱਚ। 1000 ਕਰੋੜ ਦਾ ਮੁਆਵਜ਼ਾ ਮੰਗਿਆ ਸੀਗਾ ਕੇਂਦਰ ਸਰਕਾਰ ਵੱਲੋਂ ਸਿੱਖਾਂ ਨੇ ਕਿ ਸਾਡਾ ਜਿਹੜਾ ਕਿ ਹਾਲਾਤ ਤੁਸੀਂ ਬਹੁਤ ਜ਼ਿਆਦਾ ਮਾੜਾ ਕੀਤਾ ਸਾਡੇ ਨਾਲ, ਤੇ ਇਹ ਦੋਸ਼ ਸਾਰਾ ਇਹ ਕੇਂਦਰ ਸਰਕਾਰ ਦਾ ਹੈਗਾ। ਉਹ ਮੁਆਵਜ਼ੇ ਉੱਤੇ 36 ਸਾਲ ਤੱਕ ਵੀ ਕੋਈ ਸੁਣਵਾਈ ਨਹੀਂ ਹੋਈ ਚਾਵਲਾ ਸਾਹਿਬ ਦਿੱਲੀ ਹਾਈ ਕੋਰਟ ਦੇ ਵਿੱਚ। ਕੇਸ ਫਾਈਲਾਂ ਵਿੱਚ ਬੰਦ ਹੈਗਾ। ਪਿੱਛੇ ਜੇ ਕੋਈ ਗੱਲ ਹੋ ਚੱਲੀ ਸੀਗੀ ਕਿ ਕੇਂਦਰ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਇਕੱਠੇ ਬਿਠਾ ਦਿਓ ਆਪਾਂ ਅਦਾਲਤ ਤੋਂ ਬਾਹਰ ਬਹਿ ਕੇ ਮਾਮਲਾ ਰਜਿਸਟ ਲੈਣ ਕਿ ਕਿੰਨਾ ਮੁਆਵਜ਼ਾ ਦੇਣਾ, ਕਿੰਨਾ ਨਹੀਂ ਦੇਣਾ। ਤੇ ਇਸ ਤਹਿਤ ਵੀ ਗੱਲ ਪੂਰੀ ਨਹੀਂ ਚੜ ਚੱਕੀ ਸ਼੍ਰੋਮਣੀ ਕਮੇਟੀ
ਉਹ ਉਹਦੇ ਬਾਰੇ ਬੈਠਣਾ ਚਾਹੁੰਦੀ ਹੈ ਕਿ ਨਹੀਂ ਬੈਠਣਾ ਚਾਹੁੰਦੀ, ਇਹ ਵੀ ਚੱਕਰ 'ਚ ਗੱਲ ਪਈ ਹੋਈ ਆ। ਬੀਬੀ ਜਗੀਰ ਕੌਰ ਨੇ ਇਹ ਫੈਸਲਾ ਕੀਤਾ ਕਿ ਕਾਨੂੰਨੀ ਮਾਹਰਾਂ ਵੱਲੋਂ ਆਪਾਂ ਇੱਕ ਰਾਏ ਲਈਏ ਕਿ ਆਪਾਂ ਕਿਸ ਤਰ੍ਹਾਂ ਦਾ ਕੇਸ ਅੱਗੇ ਪੁੱਟ ਕਰੀਏ ਤਾਂ ਕਿ ਸਾਨੂੰ ਮੁਆਵਜ਼ਾ ਮਿਲ ਸਕੇ। ਉਸ ਵੇਲੇ ਦਾ 1000 ਕਰੋੜ ਤਾਂ ਚਾਵਲਾ ਸਾਹਿਬ ਅੱਜ ਤਾਂ ਬਹੁਤ ਜ਼ਿਆਦਾ ਪੜ ਜਾਣਾ। ਜੇ ਆਪਾਂ ਉਸ 85 ਦੇ ਵਿੱਚ 1000 ਕਰੋੜ ਦਾ ਮੁਆਵਜ਼ੇ ਦੀ ਪਟੀਸ਼ਨ ਪਾਈ ਸੀਗੀ ਤੇ 85 ਤੋਂ ਬਾਅਦ ਜੇ ਆਪਾਂ ਅੱਜ ਦੀ ਗੱਲ ਕਰਦੇ ਹਾਂ, 85 ਤਾਂ ਪੈਸੇ ਦੀ ਜਿਹੜੀ ਕੀਮਤ ਬੜੀ ਸੀਗੀ ਤੇ ਉਹ ਉਸ ਵੇਲੇ ਤਾਂ ਬਹੁਤ ਵੱਡਾ, ਅੱਜ ਤਾਂ ਬਹੁਤ ਕਈ ਕਰੋੜ ਬਣ ਜਾਣਾ। ਤੇ ਉਹ ਕਿੱਦਾਂ ਹੁਣ ਸ਼੍ਰੋਮਣੀ ਕਮੇਟੀ ਆਪਣਾ ਜਿਹੜਾ ਪੱਖ ਰੱਖਦੀ ਆ ਉੱਥੇ ਤੇ ਉਹ ਕਿੱਦਾਂ ਮੁਆਵਜ਼ਾ ਲੈਣ ਦੀ ਗੱਲ ਕਰਦੀ ਆ। ਵੱਡਾ ਮਾਮਲਾ ਹੈ ਸਿੱਖਾਂ ਦਾ। ਦੇਖੋ ਆਪਾਂ ਇੱਥੇ ਮੱਚ ਤੇ ਕਹਿੰਦੇ ਰਹਿੰਦੇ ਆ ਕਿ ਐਡਾ ਬੜਾ ਅਟੈਕ ਹੋਇਆ ਦਰਬਾਰ ਸਾਹਿਬ ਦੇ ਉੱਪਰ, ਕਿੰਨੇ ਸਿੰਘ ਮਾਰੇ ਗਏ, ਸਿੰਘਣੀਆਂ ਮਾਰੇ ਗਏ, ਭੁਚੰਗੀ ਮਾਰੇ ਗਏ, ਸ਼ਹੀਦ ਹੋ ਗਏ ਤੇ ਅਜੇ ਤੱਕ ਕਿਸੇ ਨੇ ਪੜਤਾਲ ਵੀ ਨਹੀਂ ਕੀਤੀ ਹੈਗੀ ਕਿਉਂ ਹੋਇਆ ਸੀ ਹਮਲਾ, ਇਹਦੇ ਪਿੱਛੇ ਕੀ ਕਾਰਨ ਸੀ, ਕਿੰਨੇ ਲੋਕ ਮਾਰੇ ਗਏ, ਕਿਉਂ ਮਾਰੇ ਗਏ, ਕੋਈ ਲਿਸਟ ਜਾਰੀ ਨਹੀਂ ਕੀਤੀ ਕਿੰਨੇ ਲੋਕ ਸ਼ਹੀਦ ਹੋਏ ਉੱਥੇ। ਤੇ ਇਹ ਇਹੋ ਜਿਹਾ ਕਰੂਰਤਾ ਭਰਿਆ ਜਿਹੜਾ ਉਹ ਸਮਾਂ ਸੀਗਾ ਚਾਵਲਾ ਸਾਹਿਬ। ਅਕੀਦਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਮਰਜ਼ੀ ਇਸ ਵਕਤ ਮਸਲਾ ਦੇ ਦਿਓ, ਜਿਹੜਾ ਕਾਰਜਕਾਰਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਤੇ ਬੀਬੀ ਜਗੀਰ ਕੌਰ ਨੂੰ ਜਿਹੜਾ ਮਰਜ਼ੀ ਮਸਲਾ ਦੇ ਦਿਓ ਕਿ ਸਿੱਖਾਂ ਦੇ ਨਾਲ ਆਹ ਕੁਝ ਵਾਪਰਿਆ, ਇਸ ਤਰੀਕੇ ਦੇ ਨਾਲ ਹੋਇਆ, ਆਹ ਜ਼ੁਲਮ ਹੋਇਆ, ਆਹ ਸਿਤਮ ਹੋਇਆ, ਔਰ ਭਾਵੇਂ ਇਹਨਾਂ ਨੇ ਆਪ ਹੀ ਕੀਤਾ ਹੋਵੇ, ਆਪਣੇ ਕੋਈ ਹੋਇਆ ਹੋਵੇ, ਜਿਵੇਂ ਅਣਪਛਾਤੀ ਪੁਲਿਸ ਵਾਲਾ ਮਸਲਾ ਜਿਹੜਾ ਨਾ, ਅੱਜ ਕੋਈ ਇਹ ਕਹਿ ਦੇਣਾ ਕਿ ਤੁਸੀਂ ਜਾ ਕੇ ਕਿਉਂ ਨਹੀਂ ਬਹਿੰਦੇ, ਤੇ ਇਹਨਾਂ ਨੇ ਕੱਲ੍ਹ ਨੂੰ ਡੰਡਾ ਡੋਰਾ ਲੈ ਕੇ ਉੱਥੇ ਬਹਿ ਜਾਣਾ ਕਿਉਂਕਿ ਚੋਣਾਂ ਨੇ। ਕੋਈ ਵੀ ਹਰਬਾ ਇਹ ਛੱਡਣਗੇ ਨਹੀਂ, ਕੋਈ ਵੀ ਹੀਲਾ ਨਹੀਂ ਛੱਡਣਗੇ ਕਿ ਇਹ ਨਾ ਵਰਤਿਆ ਜਾਵੇ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇ, ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇ। ਤੁਸੀਂ 97 ਵਾਲਾ ਬਿਲਕੁਲ ਤੁਸੀਂ ਪੱਤਰਕਾਰ ਹੋ, 1997 ਦੇ ਵਿੱਚ ਪੰਥ ਰਤਨ ਫਗਰੇ ਕੌਮ ਪਦਮ ਵਿਭੂਸ਼ਣ ਕਿਸਾਨਾਂ ਦੇ ਮਸੀਹਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੀ ਕਹਿ ਕੇ ਆਏ ਸੀਗੇ, ਜਰਾ ਰਿਪੀਟ ਕਰਿਓ। ਉਹ ਤਾਂ ਪੰਜਾਬ ਦੇ ਤੋਤੇ ਚਿੜੀਆਂ ਨੂੰ ਵੀ ਯਾਦ ਹੋ ਗਿਆ ਹੋਣਾ। ਕੀ ਕਹਿ ਕੇ ਆਏ ਸੀ? ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ, ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖੋ, ਉਹਨਾਂ ਦੋਸਤਾਂ ਮਿੱਤਰਾਂ ਨੂੰ ਪੁੱਛ ਕੇ ਵੇਖੋ, ਉਹਨਾਂ ਪੰਜਾਬ ਵਾਸੀਆਂ ਨੂੰ ਪੁੱਛ ਕੇ ਵੇਖੋ ਕਿ ਜਿਹੜੇ ਵੀ ਜ਼ਾਲਮ ਬੁੱਚੜ ਪੁਲਿਸ ਵਾਲੇ ਸਨ ਜਿਨ੍ਹਾਂ ਨੇ ਨਕਲੀ ਮੁਕਾਬਲੇ ਕੀਤੇ ਸੀ, ਨੌਜਵਾਨਾਂ ਨੂੰ ਕੋ ਕੇ ਸ਼ਹੀਦ ਕੀਤਾ ਸੀਗਾ ਆਪਣੀਆਂ ਫੀਤੀਆਂ ਵਧਾਉਣ ਵਾਸਤੇ, ਉਹਨਾਂ ਜ਼ਾਲਮ ਪੁਲਿਸ ਅਧਿਕਾਰੀਆਂ ਨੂੰ ਅਸੀਂ ਦਵਾਵਾਂਗੇ ਕੀ ਸਜ਼ਾ ਦਵਾਵਾਂਗੇ। ਇਹੀ ਕਿਹਾ ਸੀ, ਇਹੀ ਕਿਹਾ ਸੀ ਨਾ, ਸਜ਼ਾ ਦਵਾਵਾਂਗੇ। ਤੇ ਫਿਰ ਬਿਲਕੁਲ ਉਸੇ ਤਰ੍ਹਾਂ ਹੋ ਗਿਆ ਜਿਵੇਂ ਮਾਸਟਰ ਤਾਰਾ ਸਿੰਘ ਨਹਿਰੂ ਸਾਹਿਬ ਕੋ ਗਏ ਸੀਗੇ ਵੀ ਆਓ ਸਾਡੇ ਜਰਾ ਮਸਲੇ ਹੱਲ ਕਰੋ, ਕਹਿੰਦਾ ਕੋਈ ਕੰਮ ਕੁਮ ਕਰਾਉਣੇ ਆ ਤੇ ਮਾਸਟਰ ਜੀ ਦੱਸੋ ਸਮਾਂ ਬਦਲ ਗਿਆ। ਤੇ ਹਿਸਟਰੀ ਪੜ੍ਹ ਲਓ, ਇਸ ਪੰਥਕ ਸਰਕਾਰ ਨੇ ਉਹਨਾਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਕਿੱਥੋਂ ਤੱਕ ਪਹੁੰਚਾਇਆ, ਕਿੱਥੋਂ ਤੱਕ ਇਹਨਾਂ ਨੂੰ ਜਿਹੜਾ ਹੈ ਉਹ ਸੁਰੱਖਿਆ ਕਵਚ ਦਿੱਤਾ ਹੈ, ਤੁਸੀਂ ਵੀ ਜਾਣਦੇ ਹੋ। ਨਹੀਂ, ਆਪਣੀ ਪਾਰਟੀ ਸ਼ਾਮਲ ਕੀਤਾ ਨਾ ਆਲਮ ਸੈਨਾ ਦਾ ਚੁਣ ਕੇ ਨੌਜਵਾਨਾਂ ਨੂੰ, ਮਤਲਬ ਕਿਸ ਤਰੀਕੇ ਨਾਲ ਆਲਮ ਹੋਈ ਫਿਰਦੀ। ਪੁੱਛ ਕੇ ਵੇਖੋ ਉਸ ਵਕਤ ਆ ਤੁਹਾਡਾ ਸਮੇਤ ਸੈਣੀ ਦੇਖ ਲਓ, ਸ਼ਰੇਆਮ ਤੁਰਦਾ ਫਿਰਦਾ ਚਲ ਗਿਆ KPS ਗਿੱਲ, ਹੋਰ ਕਿੰਨੇ ਨੇ ਨਾਂ ਲੈ ਲਈਏ, ਕਿੰਨੇ। ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਅਸੀਂ ਬੇਅਦਬੀ ਦਾ ਮਸਲਾ ਬੇਅਦਬੀ ਦਾ ਜਿਹੜਾ ਕੇਸ ਆ ਉਹ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਾਂਗੇ ਨਹੀਂ, ਔਰ ਸਖਤ ਤੋਂ ਸਖਤ ਕੀ ਕਿਹਾ ਸਜ਼ਾਵਾਂ ਦੇਵਾਂਗੇ, ਜਲਦੀ ਫਾਸਟ ਟਰੈਕ ਤੇ ਕੰਮ ਕਰਾਂਗੇ। ਵਾਹ ਜੀ, ਆ ਗਿਆ ਨਾ, ਉਹੀ ਰਿਪੀਟ ਹੋ ਗਈ ਗੱਲ। ਤੁਹਾਡੇ ਸਰਕਾਰ ਦੇ ਵਿੱਚ ਹੋਇਆ, ਤੁਸੀਂ ਗ੍ਰਹਿ ਮੰਤਰੀ, ਤੁਸੀਂ ਅਣਪਛਾਤੀ ਪੁਲਿਸ, ਤੁਹਾਡੇ ਰਾਜ ਦੇ ਵਿੱਚ ਅਗਲੇ ਚੈਲੰਜ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਪੋਸਟਰ ਲਾ ਕੇ ਉਹਦੀ ਬੇਅਦਬੀ ਕੀਤੀ। ਇੱਕ ਫੋਨ ਆਉਂਦਾ, ਅਗਲੇ ਘਰ ਦੀ ਤਲਾਸ਼ੀ ਨਹੀਂ ਲੈਣ ਦਿੱਤੀ ਜਾਂਦੀ, ਹੋ ਸਕਦਾ ਮਾਰੇ ਸਰੂਪ ਉੱਥੇ ਹੀ ਹੋਣ। ਜੋ ਮਰਜ਼ੀ ਮਸਲਾ ਦੇ ਦਿਓ ਅੱਜ ਇਹਨਾਂ ਨੇ ਹੁੱਬ ਕੇ ਬੋਲਣਾ, ਕਿੱਲ ਕੇ ਬੋਲਣਾ, ਪਰ ਆਸ ਕੋਈ ਨਾ ਰੱਖਿਓ। ਆਸ ਇਹਨਾਂ ਤੋਂ ਨਹੀਂ ਰੱਖੀ ਜਾ ਸਕਦੀ ਕਿਉਂਕਿ ਇਹਨਾਂ ਨੇ ਸਿਰਫ ਨਾਰੇ ਮਾਰਨੇ, ਬਿਆਨਬਾਜ਼ੀ ਕਰਨੀ। ਆਓ ਅਗਲੀ ਕਾਲ ਤੇ ਚੱਲਦੇ ਹਾਂ। ਹੈਲੋ, ਹਾਂ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਿਆਨਬਾਜ਼ੀ ਕਰਨੀ। ਆਓ ਅਗਲੀ ਕਾਲ ਤੇ ਚੱਲਦੇ ਹਾਂ। ਹੈਲੋ, ਹਾਂ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵੀਰ ਜੀ, ਇਹ ਜਿਹੜੀਆਂ ਆਪਣੇ ਪੰਜਾਬ ਦੇ ਵਿੱਚੋਂ ਉਹ ਹਰੀਕੇ ਪਤਨਾ ਤੋਂ ਜੋੜੀਆਂ ਨਹਿਰਾਂ ਕੱਢੀਆਂ, ਉਹ
ਪ੍ਰਤਾਪ ਸਿੰਘ ਕੈਰੋਂ ਨੇ ਕਢਾਈਆਂ ਸੀ? ਇਹਦੇ ਬਾਰੇ ਮੇਰਾ ਕੁਐਸਚਨ। ਜੀ ਕਿੱਦਾਂ ਸਾਹਿਬ? ਅਚਾਨਕ ਹੋਇਆ ਕੁਐਸਚਨ ਹੈ, ਇਹਦੇ ਵਿੱਚ ਧਿਆਨ ਚ ਨਹੀਂ ਹੈਗਾ। ਚਰਚਾ ਤਾਂ ਇਹੀ ਹੈ ਜੀ ਇਹਨਾਂ ਬਣਾਈਆਂ ਸੀਗੀਆਂ, ਪਰ ਪੱਕਾ ਨਹੀਂ ਕਹਿ ਸਕਦੇ। ਚਰਚਾ ਇਹ ਹੈ ਜੀ ਇਹਨਾਂ ਬਣਾਈਆਂ ਸੀਗੀਆਂ, ਪੱਕਾ ਨਹੀਂ ਇਸ ਬਾਰੇ ਸਪਸ਼ਟ ਆਪਾਂ ਇਸ ਬਾਰੇ ਕਰ ਲਾਂਗੇ। ਕੱਲ ਨੂੰ ਕਰਦਾ ਗੱਲ ਆਪਾਂ ਜੀ। ਚਲੋ ਹੁਣੇ ਕੋਈ ਨਾ ਕੋਈ ਫੋਨ ਆ ਜਾਣਾ, ਸਾਰੀ ਕਿਸੇ ਵੇਲੇ ਇਨਫੋਰਮੇਸ਼ਨ ਨਹੀਂ ਵੀ ਹੁੰਦੀ। ਬਹੁਤ ਮਿਹਰਬਾਨੀ। ਖੜਗੇ ਕਮੇਟੀ ਦੀ ਰਿਪੋਰਟ ਤਿਆਰ, ਕਾਂਗਰਸ ਦਾ ਘਮਸਾਨ ਰੁਕੇਗਾ ਜਾਂ ਉੱਠੇਗਾ, ਇਹ ਤੈਅ ਕਰੇਗੀ ਕਾਂਗਰਸ ਹਾਈ ਕਮਾਂਡ ਦੀ ਨੀਤੀ। ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਕਾਂਗਰਸ ਦੇ ਵਿੱਚ ਦੇਖੋ ਹੁਣ ਥੋੜੀ ਸ਼ਾਂਤੀ ਹੈਗੀ ਆ। ਕੈਪਟਨ ਅਮਰਿੰਦਰ ਸਿੰਘ ਨੇ ਇੱਕੋ ਹੀ ਸੱਟ ਮਾਰ ਕੇ ਸਾਰੀਆਂ ਚਰਚਾਵਾਂ ਨੂੰ ਬੰਦ ਕੀਤਾ। ਉਹਨੇ ਸੁਖਪਾਲ ਖਹਿਰਾ ਵਰਗੇ ਬੰਦਿਆਂ ਨੂੰ ਸ਼ਾਮਲ ਕੀਤਾ ਉਹਦੇ ਵਿੱਚ, ਪਾਰਟੀ ਵਿੱਚ ਦੋ ਬੰਦਿਆਂ ਨੂੰ ਹੋਰ ਨੂੰ। ਤੇ ਇਹ ਵੀ ਚਰਚਾ ਹੋਣ ਲੱਗ ਪਈ ਸੁਖਪਾਲ ਖਹਿਰੇ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਨੁਕਸਾਨ ਹੋਇਆ ਕਿ ਫਾਇਦਾ ਹੋਇਆ, ਇਹ ਵੀ ਚਰਚਾ ਹੋ ਰਹੀ ਆ। ਉਹਦੇ ਨਾਲ ਕਈ ਮਾਹਿਰ ਕਹਿ ਰਹੇ ਆ ਕਿ ਕੋਈ ਏਡਾ ਲਾਭ ਨਹੀਂ ਹੋਇਆ ਕੰਮ ਸੁਖਪਾਲ ਖਹਿਰੇ ਦੇ ਅੰਦਰ ਆਉਣ ਨਾਲ। ਸੁਖਪਾਲ ਖਹਿਰੇ ਦਾ ਫਾਇਦਾ ਹੋਇਆ, ਉਹਨੂੰ ਲਾਭ ਹੋਇਆ, ਪਰ ਸੁਖਪਾਲ ਖਹਿਰੇ ਦੇ ਆਉਣ ਨਾਲ ਕਾਂਗਰਸ ਨੂੰ ਕੀ ਲਾਭ ਹੋਇਆ, ਇਹ ਵੀ ਚਰਚਾ ਹੁਣ ਕੀਤੀ ਜਾ ਰਹੀ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧੀ ਖੇਮਾ ਜਿਹੜਾ ਹੈਗਾ ਉਹ ਇਹ ਚਰਚਾ ਨੂੰ ਧੂਲ ਦੇ ਰਿਹਾ ਕਿ ਇਹੋ ਜਿਹੀਆਂ ਗੱਲਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਵਧੀਆ ਕੰਮ ਨਹੀਂ ਕੀਤਾ ਹੈਗਾ। ਜਿਹੜੇ ਪਾਰਟੀ ਵਿੱਚ ਹੈਗੇ ਆ ਬੰਦੇ ਉਹਨਾਂ ਨੂੰ ਲਾਭ ਦੇਣਾ ਬਣਦਾ, ਜਿਹੜੇ ਪਾਰਟੀ ਸਿਸਟਮ ਨਾ ਖੁਸ਼ ਹੈਗੇ ਬੰਦੇ ਉਹਨਾਂ ਨੂੰ ਖੁਸ਼ੀ ਦੇਣੀ ਬਣਦੀ ਆ। ਜਿਹੜਾ ਬੰਦਾ ਪਹਿਲਾਂ ਹੀ ਜਿਹੜਾ ਸੁਖਪਾਲ ਖਹਿਰਾ ਪਹਿਲਾਂ ਹੀ ਪਾਰਟੀ ਕਦੇ ਅਕਾਲੀ ਦਲ ਦੇ ਵਿੱਚ, ਕਦੇ ਕਾਂਗਰਸ ਵਿੱਚ, ਕਦੇ ਕਿਤੇ ਜਾਂਦਾ ਰਿਹਾ, ਤੁਸੀਂ ਮੁੜ ਕੇ ਉਹਨੂੰ ਫਿਰ ਸ਼ਾਮਲ ਕਰ ਲਿਆ ਪਾਰਟੀ ਦੇ ਵਿੱਚ, ਇਹ ਕੋਈ ਵਧੀਆ ਕੰਮ ਨਹੀਂ ਕੀਤਾ। ਇੱਕ ਤਾਂ ਇਹ ਚਰਚਾ ਹੋ। ਦੂਜੀ ਗੱਲ ਇਹ ਆ ਵੀ ਖੜਗੇ ਕਮੇਟੀ ਨੇ ਹੁਣ ਅੱਜ ਜਾਂ ਕੱਲ੍ਹ ਨੂੰ ਰਿਪੋਰਟ ਦੇ ਦੇਣੀ ਆ ਸੋਨੀਆ ਗਾਂਧੀ ਨੂੰ, ਉਹਨੇ ਫੈਸਲਾ ਕਰਨਾ ਕਿ ਕਰਨਾ ਕੀ ਹੈ। ਪਤਾ ਲੱਗਿਆ ਕਿ ਨਵਜੋਤ ਸਿੱਧੂ ਜਿਹੜਾ ਹੈਗਾ ਉਹ ਸਲੂਨ ਦੀ ਕੋਈ ਚੰਗੀ ਅਹੁਦਾ ਦੇਣ ਦੀ ਸੰਭਾਵਨਾ ਹੈਗੀ ਆ। ਜਦ ਕਿ ਇਹ ਵੀ ਚੱਲ ਰਿਹਾ ਕਿ ਇਹ ਵੀ ਗੱਲ ਸਾਹਮਣੇ ਹੁਣ ਆ ਰਹੀ ਆ ਸੂਤਰਾਂ ਦੇ ਹਵਾਲੇ ਨਾਲ ਕਿ ਕੈਪਟਨ ਅਮਰਿੰਦਰ ਸਿੰਘ ਹੀ 2022 ਚੋਣਾਂ ਦੇ ਵਿੱਚ ਪ੍ਰਮੁੱਖ ਚਿਹਰਾ ਹੋਣਗੇ ਪੰਜਾਬ ਦਾ। ਉਹਨਾਂ ਦੇ ਮੁਖੀ ਦੇ ਵਿੱਚ ਉਹਨਾਂ ਦੇ ਜਿਹੜਾ ਕਿ ਪ੍ਰਧਾਨਗੀ ਵਿੱਚ ਚੋਣਾਂ ਲੜੀ ਜਾਣਗੀਆਂ ਪੰਜਾਬ ਦੀਆਂ, ਇਹ ਵੀ ਸਾਹਮਣੇ ਗੱਲ ਆ ਰਹੀ ਆ। ਏਦਾਂ ਕੋਈ ਤਬਦੀਲੀ ਨਹੀਂ ਹੋਈ। ਜਿਹੜੀ ਕੈਪਟਨ ਅਮਰਿੰਦਰ ਸਿੰਘ ਤੋਂ ਵੱਡਾ ਚਿਹਰਾ ਕੋਈ ਪੰਜਾਬ ਦੇ ਵਿੱਚ ਹੈ ਨਹੀਂ, ਨਵਜੋਤ ਸਿੱਧੂ ਵੀ ਨਹੀਂ ਹੈਗਾ ਜੀ, ਤੇ ਪ੍ਰਗਟ ਸਿੰਘ ਵੀ ਨਹੀਂ, ਚੰਨੀ ਵੀ ਨਹੀਂ, ਜਿਹੜੇ ਕਿ ਵਿਰੋਧੀ ਹੈਗੇ ਉਹਨਾਂ ਵਿੱਚ ਰੰਧਾਵਾ ਵੀ ਨਹੀਂ ਹੈਗਾ। ਕੋਈ ਬੰਦਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਬਰਾਬਰੀ ਨਹੀਂ ਕਰ ਸਕਦਾ। ਇਸ ਕਰਕੇ ਉਹਨੂੰ ਲਾਭੇ ਚੋਣ ਤੋਂ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਜਿਹੜੀ ਪ੍ਰਧਾਨਗੀ ਵਿੱਚ ਚੋਣਾਂ 2022 ਲੜਾਂਗੇ ਆਪਾਂ, ਇਹ ਵੀ ਫੈਸਲਾ ਕਰਨ ਦੀ ਸੰਭਾਵਨਾ ਬਣ ਰਹੀ ਹੈ। ਅਗਲੀ ਗੱਲ ਇਹ ਹੈ ਚਾਵਲਾ ਸਾਹਿਬ, ਜਿਹੜੇ ਬੰਦੇ ਨਾਖੁਸ਼ ਹੈਗੇ ਆ ਉਹ ਦੇਖੀ ਜਾਂਦੇ ਆ ਕਿ ਕੀ ਹੋਏਗਾ, ਕੀ ਕਰੇਗੀ ਕਮੇਟੀ ਫੈਸਲਾ, ਕਿਹੜੇ ਪਾਸੇ ਨੂੰ ਗੱਲ ਹੋਣੀ ਆ, ਉਹ ਦੇਖ ਰਹੇ ਆ। ਸ਼ਾਇਦ ਕੋਈ ਪੱਖ ਚਾਵੇ ਜਾਂ ਖਿਲਾਫ ਆਵੇ, ਪਰ ਇੱਕ ਸੰਭਾਵਨਾ ਹੈ ਵੀ ਜਿਹੜੀ ਕੇਂਦਰੀ ਹਾਈ ਕਮਾਂਡ ਜਿਹੜੀ ਹੈਗੀ ਆ ਉਹ ਉਹਨਾਂ ਦੀ ਜਿਹੜਾ ਫੈਸਲਾ ਹੀ ਤੈਅ ਕਰੇਗਾ ਪੰਜਾਬ ਦਾ ਕਾਂਗਰਸ ਦਾ ਭਵਿੱਖ। ਚਾਵਲਾ ਸਾਹਿਬ ਇੱਕ ਕਾਲਰ ਨੇ ਸੈੱਲ ਫੋਨ ਦੇ ਉੱਤੇ 4441। ਹਾਂਜੀ ਵੈਲਕਮ ਵੀਰੇ। ਸਤਿ ਸ਼੍ਰੀ ਅਕਾਲ ਦਿਲਬਾਗ ਸਰ। ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਘੱਟ ਆ ਰਹੀ ਹੈ, ਥੋੜਾ ਉੱਚੀ ਬੋਲੋ। ਮੈਂ ਡਰਾਈਵ ਕਰ ਰਿਹਾ ਸੀਗਾ, ਟਰੱਕ ਸੀਗਾ, ਮੈਂ ਜਾ ਰਿਹਾ ਸੀਗਾ, ਮੈਂ ਨਾ ਮੇਰਾ ਰੇਡੀਓ ਸੁਣ ਰਿਹਾ ਸੀਗਾ। ਇੱਕ ਮੇਰਾ ਸਵਾਲ ਹੈ, ਤੁਸੀਂ ਕਿਹਾ ਸੀਗਾ ਕਿ ਜੀ ਫਤਿਆਬਾਦ ਪਿੰਡ ਦੇ ਵਿੱਚ ਖਾਲਸਾ ਰਾਜ ਦਾ ਕੋਈ ਨੀਂਹ ਪੱਥਰ ਰੱਖਿਆ ਗਿਆ ਸੀਗਾ, ਉਹਨੂੰ ਦੱਸ ਸਕਦੇ ਕਿੱਦਾਂ ਰੱਖਿਆ ਗਿਆ ਸੀਗਾ ਜੀ? ਬਾਬਾ ਹਾਂਜੀ ਬਾਬਾ ਦੀ ਗੱਲ ਕਰ ਰਹੇ ਸੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਬਾਈ ਜੀ ਸਰਦਾਰ ਜੱਸਾ ਸਿੰਘ ਆਲੂ ਵਾਲੇ ਨੇ ਉੱਥੇ ਰਾਜ ਕੀਤਾ। ਫਤਿਆਬਾਦ ਨਾਂ ਹੀ ਉਸ ਪਿੰਡ ਦਾ ਫਤਿਆਬਾਦ ਤਾਂ ਪਿਆ। ਪਰ ਸਰ ਜਿਹੜਾ ਇਹ ਪਿੰਡ ਆ ਇਹ ਆਜ਼ਾਦੀ ਤੋਂ ਪਹਿਲਾਂ ਮਤਲਬ ਕਿ ਇਹ ਕਾਫੀ ਪੁਰਾਣਾ ਪਿੰਡ ਨਹੀਂ ਹੈ ਕਿ ਇਹ ਪਿੰਡ ਦਾ ਨਾਂ ਜਿਹੜਾ ਰੱਖਿਆ ਗਿਆ ਹੈ ਕਿ ਇਹ ਇਸੇ ਹੀ ਸੰਦਰਭ ਚ ਰੱਖਿਆ ਗਿਆ ਹੈ। ਪਿੰਡ ਫਤਿਆਬਾਦ, ਇਹਦਾ ਫਤਿਹ ਸੀਗਾ, ਫਤਿਆਬਾਦ ਰੱਖਿਆ। ਔਰ ਸਰਦਾਰ ਜੱਸਾ ਸਿੰਘ ਆਲੂ ਵਾਲੇ ਨੇ ਇੱਥੇ ਰਾਜ ਹੀ ਨਹੀਂ ਕੀਤਾ, ਇੱਥੇ ਸ੍ਰੀ ਤਰਨਤਾਰਨ ਸਾਹਿਬ ਦੀ ਜਿਹੜੀ ਹੈ ਰਜਿਸਟਰੀ ਵੀ ਕੀਤੀ। ਤੇ ਰਜਿਸਟਰੀ ਉਸ ਸਮੇਂ ਤਾਂ ਹੀ ਹੋ ਸਕਦੀ ਹੁੰਦੀ ਹੈ ਜੇਕਰ ਉਦੋਂ ਇਹਦਾ ਕੋਈ ਤਨ ਪੱਤਰ ਹੋਵੇ। ਔਰ ਸਰਦਾਰ ਜੱਸਾ ਸਿੰਘ ਆਲੂ ਵਾਲੇ ਨੇ ਇਹਦਾ ਨਾਂ ਫਤਿਆਬਾਦ ਰੱਖਿਆ। ਹਿਸਟਰੀ ਦੇ ਵਿੱਚ ਉਹਦੀ ਬਹੁਤ ਵੱਡੀ ਕੁਰਬਾਨੀ ਹੈ। ਸ਼ੇਰਸ਼ਾਹ ਸੂਰੀ ਦਾ ਇੱਥੇ ਕਿਲ੍ਹਾ ਹੈ ਬੜਾ ਵੱਡਾ। ਤੇ ਸਰ ਜੀ ਜਿਹੜੀ ਉਹ ਮਸਜਿਦ ਹੈਗੀ ਆ ਤੁਹਾਡੇ ਘਰ ਦੀ ਬੈਕ ਸਾਈਡ ਦੇ ਉੱਪਰ, ਉਹਦਾ ਕੀ ਤੁਹਾਡੇ ਸ਼ੇਰਸ਼ਾਹ ਸੂਰੀ ਨੇ ਬਣਾਈ ਮਸਜਿਦ। ਜਦੋਂ ਸ਼ੇਰਸ਼ਾਹ ਸੂਰੀ ਦਾ ਰਾਜ ਸੀ ਉਹਨੇ ਬਹੁਤ ਕੁਝ ਬਣਾਇਆ। ਮਾਰਗ ਉਹੀ ਸ਼ੇਰਸ਼ਾਹ ਸੂਰੀ ਮਾਰਗ ਸੀਗਾ, ਉਹਦੇ ਵਿੱਚ ਬਹੁਤ ਵੱਡੀ ਮਸਜਿਦ ਆ। ਉਹ ਜਾਮਾ ਮਸਜਿਦ ਦੇ ਨਾਲ ਹਿਸਟਰੀ ਰਿਲੇਟ ਕਰਦੀ ਹੈ। ਜਿਹੜੇ ਕੁਝ ਵਰੇ ਪਹਿਲਾਂ ਮੈਂ ਗਿਆ ਸੀ ਤੇ ਉਦੋਂ ਹੁਣ ਜਦੋਂ ਪਹਿਲਾਂ ਉੱਥੇ ਸਕੂਲ ਲੱਗਦਾ ਸੀ, ਠੀਕ, ਅਸੀਂ 5ਵੀਂ ਕਲਾਸ ਤੱਕ ਉੱਥੇ ਪੜ੍ਹਾਈ ਕੀਤੀ ਹੈ। ਔਰ ਉਹਦੇ ਆਲੇ ਦੁਆਲੇ ਜੇ ਹਿਸਟਰੀ ਵੇਖੋ ਤਾਂ ਜਿਹੜੇ ਘਰ ਨੇ ਨਾ, ਜੇ ਇੱਕ ਘਰ ਬੈਠਦਾ, ਮੈਂ ਗੱਲ ਤੁਹਾਨੂੰ ਦੱਸਣ ਲੱਗਾ ਵੀ ਇੰਨੀ ਕਤਲੋਗਾਰਦ ਹੋਈ ਹੋਊਗੀ ਕਿ ਇੱਕ ਬੈਠਦਾ, ਥੱਲੇ ਕਬਰਾਂ ਹੀ ਕਬਰਾਂ ਨੇ ਮਸਜਿਦ ਦੇ ਆਲੇ ਦੁਆਲੇ, ਹੈ ਨਾ। ਜਿਹੜੇ ਘਰ ਵਾਲਿਆਂ ਨੂੰ ਪੁੱਛ ਕੇ ਵੇਖੋ। ਔਰ
ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਸਿੱਖ ਹਿਸਟਰੀ ਕਿਤਾਬ ਦੇ ਵਿੱਚ ਤੁਸੀਂ ਦੇਖੋ ਤਾਂ ਵਰਣਨ ਕਰਦੇ ਨੇ ਇਹਦਾ ਕਿ ਇਹ ਉਹ ਪਿੰਡ ਆ ਜੋ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਮੁਗਲਾਂ ਦੇ ਨਾਲ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜੇਕਰ ਖਾਲਸਾ ਸੁੱਖ ਦਾ ਸਾਹ ਲੈ ਸਕਿਆ ਤਾਂ ਇਸ ਇਲਾਕੇ ਦੇ ਵਿੱਚ ਇਸ ਪਿੰਡ ਦੇ ਵਿੱਚ ਆ ਕੇ ਉਹਨਾਂ ਨੇ ਫਿਰ ਆਪਣਾ ਰਾਜ ਸਥਾਪਿਤ ਕੀਤਾ। ਸਰ ਜੀ ਮੈਂ ਨਾ ਸਰਦਾਰ ਬਹਾਦਰ ਸਿੰਘ ਜੀ ਜਿਹੜਾ ਸਭ ਤੋਂ ਵੱਡਾ ਬੇਟਾ ਸੀਗਾ ਆਪਣਾ ਮੇਰੇ ਫਾਦਰ ਸਾਹਿਬ ਬਲਜੀਤ ਸਿੰਘ ਜੀ ਜੋ ਜਲੰਧਰ ਰਹਿੰਦੇ ਸੀ ਨਾ ਉਹਨਾਂ ਦਾ ਬੇਟਾ ਹੈ ਜੀ। ਤੇ ਮੈਂ ਤੁਹਾਡੇ ਮਤਲਬ ਕਿ ਸਾਡਾ ਤੇ ਤੁਹਾਡਾ ਕੋਠਾ ਸਾਂਝਾ ਹੀ ਹੈ ਜੀ ਘਰ ਦਾ ਜੀ ਕਹਿ ਲਓ। ਹਾਂਜੀ ਮੈਂ ਤੁਹਾਨੂੰ ਹੁਣ ਹਿਸਟਰੀ ਦੱਸ ਦਿੰਦਾ। ਮੇਰਾ ਪਿੰਡ ਤੇ ਉਹੀ ਆ। ਚਲੋ ਠੀਕ ਹੈ ਆਪਣੇ ਦਰਸ਼ਨ ਨਹੀਂ ਹੋਏ ਉਹਨਾਂ ਦੇ ਵੱਡੇ ਬ੍ਰਦਰ ਤੁਸੀਂ ਜੀ ਬਹਾਦਰ ਸਿੰਘ ਉਹਨਾਂ ਦੇ ਬੇਟੇ ਤਾਰੀ ਤੁਹਾਡਾ ਚਾਚਾ ਹੈ ਨਾ? ਹਾਂਜੀ ਹਾਂਜੀ ਤਾਰੀ ਮੇਰੇ ਛੋਟੇ ਚਾਚਾ ਜੀ ਤੇ ਗੀਤਾ ਮੇਰਾ ਉਹ ਵੀ ਚਾਚਾ ਹੀ ਹੈ। ਹਾਂਜੀ ਤੇ ਉਦੋਂ ਵੱਡੇ ਜਿਹੜੇ ਉੱਥੇ ਰਹਿੰਦੇ ਸੀ। ਠੀਕ ਹੈ ਹੁਣ ਹੋਰ ਦੱਸ ਦਿੰਦੇ ਆ ਕਿ ਇਹ ਇੱਥੇ ਲੰਬਾ ਸਮਾਂ ਉਹਨਾਂ ਨੇ ਆਪਣਾ ਜਿਹੜਾ ਸੀਗਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਔਰ ਇਹ ਮਿਸਲਾਂ ਇੱਥੇ ਠਹਿਰਿਆ ਕਰਦੀਆਂ ਸੀ। ਬੱਲੇ 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 ਸਰ ਮੈਂ ਨਾ ਤੁਹਾਡਾ ਫੈਨ ਆ ਜੀ ਮੈਂ ਤੁਹਾਨੂੰ ਡੇਲੀ ਸੁਣਦਾ। ਮਿਹਰਬਾਨੀ। ਔਰ ਸਰਦਾਰ ਜੱਸਾ ਸਿੰਘ ਆਲੂ ਵਾਲੇ ਦਾ ਉੱਥੇ ਬੁੱਤ ਲੱਗਾ ਗੁਰਦੁਆਰਾ ਸਾਹਿਬ ਦੇ ਵਿੱਚ ਬਾਹਰ ਲੱਗਾ। ਮੈਂ ਤੇ ਜਦੋਂ ਹਾਂਜੀ ਤੁਸੀਂ ਕਰੋਗੇ ਬੁੱਕ ਲਿਖੋ ਆਪਣੀ ਬੁੱਕ ਲਿਖੋ ਜਿਸ ਤਰ੍ਹਾਂ ਦੀ ਨੌਲੇਜ ਤੁਹਾਡੇ ਕੋਲ ਹੈ ਨਾ ਬਹੁਤ ਘੱਟ ਹੈ ਜੀ। ਥੈਂਕ ਯੂ ਜਨਾਬ ਸੋ ਨਾਈਸ ਸਰ ਥੈਂਕ ਯੂ ਵੈਰੀ ਮਚ ਲਵ ਯੂ। ਔਰ ਪਿੰਡਾਂ ਦੇ ਵਿੱਚ ਰਾਜਨੀਤੀ ਬੜੀ ਹੁੰਦੀ ਹੈ ਜੀ। ਪਿੰਡ ਵਾਲੇ ਸੁਣਦੇ ਹੋਣਗੇ ਕਿਦਾ ਸਾਹਿਬ ਉਦੋਂ ਮੈਂ ਆ ਕੇ ਹਿਸਟਰੀ ਪੜ੍ਹੀ ਮਤਲਬ ਹੈ ਨਾ ਬੜਾ ਗਰਭ ਮਹਿਸੂਸ ਹੋਇਆ। ਪਤਾ ਤਾਂ ਸੀਗਾ ਕਿ ਸੁਣਦੇ ਹੁੰਦੇ ਸਾਂ ਬਜ਼ੁਰਗਾਂ ਕੋ ਕਿ ਸ੍ਰੀ ਤਰਨਤਾਰਨ ਸਾਹਿਬ ਦੀ ਜਿਹੜੀ ਹੈ ਉਹ ਇੱਥੇ ਰਜਿਸਟਰੀ ਹੋਈ ਹੈ ਔਰ ਜਿਹੜਾ ਇਹ ਪਿੰਡ ਆ ਕਿਹੜਾ ਇਤਿਹਾਸਕ ਪਿੰਡ ਹੈ। ਇਹਦੇ ਪਿੱਛੇ ਕਾਰਨ ਕੀ? ਸਰਦਾਰ ਜੱਸਾ ਸਿੰਘ ਆਲੂ ਵਾਲੀਆ ਇੱਥੇ ਠਹਿਰੇ ਨੇ। ਆਸੇ ਪਾਸੇ ਆਲੂ ਵਾਲੇ ਪ੍ਰਭਾਵ ਬਹੁਤ ਨੇ। ਇੱਕ ਕਸਬਾ ਬੜਾ ਵੱਡਾ ਤੇ ਮਸਜਿਦ ਬਹੁਤ ਵੱਡੀ ਇਤਿਹਾਸਕ ਮਸਜਿਦ ਆ। ਲੋਕ ਜਦੋਂ ਜਾਂਦੇ ਨੇ ਜਾਮਾ ਮਸਜਿਦ ਦੀ ਮਸਜਿਦ ਨੂੰ ਇਸ ਰਸਤੇ ਥਾਣੇ ਜਿਹੜੇ ਇੱਧਰੋਂ ਆਉਂਦੇ ਨੇ ਅਫਗਾਨਿਸਤਾਨ ਤੋਂ ਲੋਕ ਜਿਹੜੇ ਯਾਤਰਾ ਕਰਨ ਜਾਂਦੇ ਨੇ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੀ ਯਾਤਰਾ ਕਰਦੇ ਹਾਂ ਉਹ ਬਕਾਇਦਾ ਉੱਥੇ ਠਹਿਰਦੇ ਨੇ। ਔਰ 5ਵੀਂ ਤੱਕ ਕਲਾਸ ਲੱਗੀ ਸਾਡੀ ਜਦੋਂ ਅਸੀਂ ਬਾਹਰ ਆ ਗਏ ਉਦੋਂ ਬਾਅਦ ਉਹ ਅਜ਼ਹਾਰ ਆਲਮ ਸੈਨਾ ਜਿਹੜੀ ਹਾਂਜੀ ਜਦੋਂ ਇਹਨੂੰ ਬਣਾਇਆ ਇਹਨਾਂ ਨੇ ਉਹਨੇ ਫਿਰ ਮਸੀਤਾਂ ਖਾਲੀ ਕਰਵਾਈਆਂ ਨੇ ਸਾਰੀਆਂ ਤੇ ਉੱਥੇ ਹੁਣ ਬਕਾਇਦਾ ਜੀ ਜਿਹੜਾ ਮੁਸਲਮਾਨ ਭਾਈਚਾਰਾ ਆਪਣੀ ਪ੍ਰੈਕਟਿਸ ਕਰਦਾ ਹੈ। ਔਰ ਸਰਦਾਰ ਜੱਸਾ ਸਿੰਘ ਆਲੂ ਵਾਲੇ ਦਾ ਉੱਥੇ ਇੱਕ ਲੱਗਾ ਜੀ ਉਹ ਮਤਲਬ ਬੁੱਤ ਲੱਗਾ ਹੈ। ਤੇ ਮੈਂ ਤਾਂ ਜਦੋਂ ਡੋਨੇਸ਼ਨ ਜਿਹੜੀ ਸੀਗੀ ਮੈਂ ਦਿੱਤੀ ਖੁੱਲ੍ਹ ਕੇ ਦਿੱਤੀ ਡੋਨੇਸ਼ਨ ਚਲੋ ਜਿੰਨੀ ਔਕਾਤ ਸੀ ਉਹਦੇ ਵੱਧ ਕੋਸ਼ਿਸ਼ ਕੀਤੀ। ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਵੀ ਆਹ ਜਗ੍ਹਾ ਜਿਹੜੀ ਹੈ ਨਾ ਸਾਡੇ ਇਲਾਕੇ ਹੈ ਇਸ ਨੌਜਵਾਨ ਦੇ ਜਿਹਨੇ ਗੱਲ ਕੀਤੀ ਹੈ ਇਹਨਾਂ ਦੀ ਇੱਥੇ ਬਹੁਤ ਵੱਡੀ ਚੱਕੀ ਹੈ ਹਾਂਜੀ। ਤੇ ਉਸ ਚੱਕੀ ਦੇ ਲਾਗੇ ਇੱਕ ਸਰਕਾਰੀ ਥੋੜ੍ਹੀ ਜਿਹੀ ਜਗ੍ਹਾ ਪਈ ਹੈ ਬਹੁਤ ਜ਼ਿਆਦਾ ਤੇ ਉੱਥੇ ਮਤਲਬ ਢੇਰ ਢੂਰ ਲੱਗੇ ਰਹਿੰਦੇ ਆ ਬਿਨਾਂ ਵਜ੍ਹਾ ਤੋਂ। ਮੈਂ ਕਿਹਾ ਆਹ ਜਗ੍ਹਾ ਤੇ ਤੁਸੀਂ ਲਾਓ ਇੱਥੇ ਇੱਕ ਬੜਾ ਵੱਡਾ ਇੱਕ ਖੁੱਲੀ ਜਗ੍ਹਾ 4 ਚੁਫੇਰੇ ਨੁੱਕਰ ਪੈਂਦੀ ਹੈ। ਬੁੱਤ ਦਾ ਖਰਚਾ ਮੈਂ ਸਾਰਾ ਕਰ ਦੇਣਾ ਜਗ੍ਹਾ ਦੇ ਦਿਓ। ਬੁੱਤ ਤੇ ਜਿੰਨੇ ਕਾਂਸੀ ਦਾ ਬੁੱਤ ਬਣਾਉਣਾ ਮੈਂ ਦੇ ਦੂੰਗਾ ਪੈਸੇ ਮੈਨੂੰ ਐਸੀ ਮੈਂ ਸੰਗਤਾਂ ਅੱਗੇ ਝੋਲੀ ਅੱਡ ਲੂੰਗਾ ਥੋੜੇ ਬਹੁਤੇ ਆਪ ਪਾ ਲੂੰ। ਪਰ ਉੱਥੇ ਰਜਾਮੰਦੀ ਨਹੀਂ ਬਣੀ। ਪਿੰਡਾਂ ਦੀਆਂ ਜਿਹੜੀਆਂ ਕਰਦੇ ਆ ਜੀ ਚਲੋ ਸਰਦਾਰ ਸਾਹਿਬ ਤੁਰ ਗਏ ਨੇ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਇਹ ਇੱਕ ਪਿੰਡਾਂ ਦੀਆਂ ਜਿਹੜੀਆਂ ਰਾਜਨੀਤਿਕ ਚੀਜ਼ਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਕਈ ਚੀਜ਼ਾਂ ਰਹਿ ਜਾਂਦੀਆਂ ਨੇ। ਖੈਰ ਐਨੀਵੇ ਆਪਾਂ ਅੱਗੇ ਵੱਧਦੇ ਹਾਂ। ਗੱਲ ਕਰ ਰਹੇ ਸਾਂ ਆਪਾਂ ਜਿਹੜੀ ਕਾਂਗਰਸ ਦੀ ਇਸ ਵਕਤ ਕਾਫੀ ਰੌਲਾ ਰੱਪਾ ਪੈ ਰਿਹਾ ਕਾਫੀ ਕੁੰਡੀਆਂ ਦੇ ਸਿੰਘ ਫਸੇ ਹੋਏ ਨੇ ਹਾਂਜੀ। ਔਰ ਜਿਹੜੀ ਆਪਾਂ ਜੇ ਗੱਲ ਕਰੀਏ ਤਾਂ ਕੱਲ੍ਹ ਖਬਰਾਂ ਆਈਆਂ ਸੀ ਕਿ ਮਾਝੇ ਵਾਲੇ ਭਾਊਆਂ ਦੀਆਂ ਸੁਰਾਂ ਕੁਝ ਵੱਖਰੀਆਂ ਹੋਈਆਂ ਨੇ ਹਾਂਜੀ ਬਾਗੀ ਹੋਏ ਨੇ ਜਾਂ ਥੋੜ੍ਹੀ ਬਹੁਤੀ ਨਾਰਾਜ਼ਗੀ ਚੱਲ ਰਹੀ ਹੈ ਕੈਪਟਨ ਨਾਲ। ਰਵਨੀਤ ਬਿੱਟੂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਕਾਫੀ ਇਸ ਮੁੱਦੇ ਨੂੰ ਉਭਾਰ ਰਿਹਾ ਸੀਗਾ ਬੇਅਦਬੀ ਵਾਲੇ ਮੁੱਦੇ ਨੂੰ। ਪਰ ਰਵਨੀਤ ਜਸਬੀਰ ਡਿੰਪਾ ਅਤੇ ਗੁਰਜੀਤ ਔਜਲਾ ਸਾਡੇ ਇਲਾਕੇ ਦਾ ਮੈਂਬਰ ਪਾਰਲੀਮੈਂਟ ਡਿੰਪਾ ਸਾਹਿਬ ਗੁਰਜੀਤ ਔਜਲਾ ਇਹ ਮਿਲੇ ਨੇ ਮੁਲਾਕਾਤ ਹੋਈ ਹੈ ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੰਦੇ ਲੱਗਣ ਲੱਗ ਪਏ ਹੁਣ ਉਹਨਾਂ ਦੀ ਲੱਗ ਪਏ ਮੀਟਿੰਗਾਂ ਤੋਂ ਇੰਝ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਸਰਦਾਰੀ ਕਬੂਲਣ ਵਾਸਤੇ ਪੰਜਾਬ ਦੇ ਬਹੁਤ ਸਾਰੇ ਕਾਂਗਰਸੀ ਤਿਆਰ ਨੇ। ਤੇ ਜਿੱਦਾਂ ਪੋਸਟਰ ਲੱਗੇ ਆ ਗੁਰਦਾਸਪੁਰ ਦੇ ਵਿੱਚ ਪੋਸਟਰ ਲੱਗੇ ਆ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੱਧੂ ਦੇ ਤੇ ਏਦਾਂ ਪੋਸਟਰ ਕੈਪਟਨ ਦੇ ਵੀ ਲੱਗਿਆ ਕੁਝ ਥਾਵਾਂ ਦੇ ਉੱਤੇ ਕਿਹਾ ਕਿ ਬਸ ਕੈਪਟਨ ਹੀ ਕੈਪਟਨ ਹੈ ਇੱਕੋ ਹੀ ਕੈਪਟਨ ਹੁੰਦਾ ਤੇ ਉਹਦੇ ਵੀ ਪੋਸਟਰ ਲੱਗੇ ਆ ਕੈਪਟਨ ਦੇ ਪੱਖ ਵਿੱਚ ਵੀ ਆ ਰਹੇ ਨੇ। ਚਲੋ 3 ਮੈਂਬਰ ਪਾਰਲੀਮੈਂਟ ਨੇ ਮੀਟਿੰਗ ਕੀਤੀ ਹੈ। ਮੀਟਿੰਗ ਦੇ ਕੀ ਉਹਨਾਂ ਦੇ ਕੀ ਮੁਲਾਕਾਤ ਹੋਈ ਕੀ ਗੱਲਬਾਤ ਹੋਈ ਤਾਂ ਨਸ਼ਰ ਨਹੀਂ ਹੋ ਸਕਿਆ ਪਰ ਚਰਚਾ ਰਹੀ ਇਸ ਮੀਟਿੰਗ ਦੀ ਗੱਲ ਚਾਵਲਾ ਜੀ।
ਇੱਕ ਹੋਰ ਕਾਲਰ ਨੇ। ਇਸ ਤੋਂ ਪਹਿਲਾਂ ਕਿ ਅਸੀਂ ਕਾਲ ਲਈਏ, ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਤੁਸੀਂ ਇਸ ਵਕਤ ਸੁਣਦੇ ਜਾ ਰਹੇ ਹੋ। ਨੰਬਰ ਹੈ 905 813 1320 90581320। ਹਾਂਜੀ, ਵੈਲਕਮ ਜੀ। ਹਾਂਜੀ, ਇੱਕ ਮਿੰਟ ਪੁੱਛਣਾ ਸੀ, ਜਦ ਸ਼ੇਰਸ਼ਾਹ ਸੂਰੀ ਹਿੰਦੂਆਂ ਚ ਨੇ ਜਾਂ ਮੁਸਲਮਾਨਾਂ ਚ ਨੇ? ਇਹ ਸ਼ੇਰਸ਼ਾਹ ਸੂਰੀ ਮੁਗਲ ਸੀਗਾ। ਹਾਂਜੀ, ਮੁਗਲ ਸੀ, ਮੁਗਲ ਸੀ, ਬਹੁਤ ਵੱਡਾ, ਬਹੁਤ ਜ਼ਿਆਦਾ। ਹੁਣ ਉਹਦਾ ਜਿਹੜਾ ਹੁਣ ਸੂਰ ਔਰ ਸੂਰੀ ਨਹੀਂ ਜੀ, ਉਹ ਗਾਂ ਦੇ ਵਿੱਚ ਹੁਣ ਬਰਾੜ ਪਾਕਿਸਤਾਨੀ ਚ ਵੀ ਹੈਗੇ ਆ, ਰੰਧਾਵੇ ਵੀ ਹੈਗੇ ਆ, ਸੰਧੂ ਵੀ ਹੈਗੇ ਆ। ਅੱਛਾ, ਇਹ ਅਕੀਦਾ ਸਾਹਿਬ ਨੂੰ ਪੁੱਛੋ ਇਹਨਾਂ ਦਾ ਕੀ ਵਿਊ ਹੈ। ਹਾਂਜੀ, ਕਿਹਦਾ ਸਾਹਿਬ? ਇਹ ਸੂਰੀ ਮੁਗਲਾਂ ਦਾ ਹੀ ਹੈਗਾ ਜੀ। ਸ਼ੇਰਸ਼ਾਹ ਸੂਰੀ ਤਾਂ ਬੜਾ ਵੱਡਾ ਬਾਦਸ਼ਾਹ ਹੋਇਆ। ਤੁਸੀਂ ਨਾ ਜਿਹੜਾ ਸ਼ੇਰਸ਼ਾਹ ਸੂਰੀ ਮਾਰਗ ਹੈਗਾ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਦਾ, ਹਾਂ, ਉਹਦੇ ਨਾ ਇੱਕ ਪਾਸੇ ਬੁਰਜ ਨੂੰ ਖੜੇ ਅੱਜ ਵੀ ਮਿਲਦੇ ਆ, ਅਜੇ ਵੀ ਮਿਲਦੇ ਆ ਸਾਡੇ ਇਲਾਕੇ 'ਚ ਹੈਗੇ ਆ ਬੁਰਜ ਅਜੇ ਵੀ। ਹਾਂ, ਉਹ ਬੁਰਜਾਂ ਦੇ ਬੜੀ ਕਮਾਲ ਦੀ ਕਹਾਣੀ ਉਹਦੀ ਬੁਰਜਾਂ ਦੀ ਹੋਈ ਆ ਕਿ ਜੇ ਸ਼ੇਰਸ਼ਾਹ ਸੂਰੀ ਦਿੱਲੀ 'ਚ ਹੁੰਦਾ ਸੀ ਨਾ ਤਾਂ ਲਾਹੌਰ ਵਿੱਚ ਵੀ ਰਾਣੀਆਂ ਹੁੰਦੀਆਂ ਸੀਗੀਆਂ, ਤੇ ਦਿੱਲੀ ਵਿੱਚ ਕੋਈ ਵੀ ਸੁਨੇਹਾ ਜਾਂ ਕੋਈ ਰੋਟੀ ਖਾਣ ਤੋਂ ਪਹਿਲਾਂ ਕੋਈ ਰਾਣੀਆਂ ਦਾ ਸਿਸਟਮ ਸੀਗਾ ਕਿ ਰੋਟੀ ਮਹਾਰਾਜ ਸਾਹਿਬ ਤੋਂ ਬਾਅਦ ਖਾਣੀ ਆ ਤੇ ਬਾਦਸ਼ਾਹ ਤੋਂ ਬਾਅਦ ਰੋਟੀ ਖਾਣੀ ਆ। ਤੇ ਉਹ ਜਦੋਂ ਰੋਟੀ ਖਾਣ ਲੱਗਦੇ ਸੀਗੇ ਤਾਂ ਢੋਲ ਵੱਜਦਾ ਸੀਗਾ, ਉੱਥੋਂ ਡੱਗਾ ਵੱਜਦਾ ਸੀਗਾ, ਉਹ ਨਾਲ ਦਾ ਜਿਹੜਾ ਬੁਰਜ ਸੀ ਉੱਥੇ ਡੱਗਾ ਵੱਜਦਾ ਸੀ, ਨਾਲ ਦਾ ਡੱਗਾ ਬਲਕਿ ਯਕਦਮ ਵੀ ਉੱਥੇ ਪਹੁੰਚਦਾ ਸੁਨੇਹਾ ਵੀ ਹਾਂ ਮਹਾਰਾਜ ਸਾਹਿਬ ਦੀ ਰੋਟੀ ਖਾ ਲਈ ਆ। ਉਹ ਬੁਰਜਾਂ ਦਾ ਹੋਰ ਵੀ ਸੀਗਾ ਵੀ ਚਿੱਠੀ ਬੰਦੇ ਤੇ ਡਾਕ ਲਾਗੂ ਕਰਨ ਵਾਲਾ ਵੀ ਰਾਜਾ ਉਹੀ ਆ ਜੀ। ਉਹੀ ਆ ਜੀ ਰਾਜਾ ਸੂਰੀ ਦਾ ਭਾਈ ਵੱਡਾ। ਅਕੀਦਾ ਸਾਹਿਬ ਸਾਨੂੰ ਮੈਂ ਇਹ ਪੁੱਛਿਆ ਵੀ ਸੂਰੀ ਹੁਣ ਆਪਣੇ ਹਿੰਦੂਆਂ ਦਾ ਵੀ ਲਾਸਟ ਨੇਮ ਲੱਗਦਾ? ਹਾਂ, ਲੱਗਦਾ ਜੀ। ਸੂਰੀ ਹੈ। ਨਾਨਕ ਸਿੰਘ ਜਿਹੜੇ ਹੈਗੇ ਸਾਡੇ ਬਹੁਤ ਉੱਗੇ ਨਾਵਲਕਾਰ ਨੇ, ਉਹ ਸੂਰੀ ਸੀਗੇ। ਹਾਂਜੀ, ਹਾਂ, ਨਾਨਕ ਸਿੰਘ ਉੱਗੇ ਨਾਵਲਕਾਰ ਨੇ, ਉਹ ਸੂਰੀ ਸੀਗੇ। ਸੂਰੀ ਬਹੁਤ ਗੋਤ ਹੈਗਾ, ਸਾਡੇ ਸਿੱਖਾਂ 'ਚ ਵੀ ਹੈਗਾ, ਹਿੰਦੂਆਂ 'ਚ ਵੀ ਹੈਗਾ, ਮੁਸਲਮਾਨਾਂ 'ਚ ਵੀ ਹੈਗਾ। ਚਵਲਾ ਸਾਹਿਬ ਨੇ ਰੰਧਾਵੇ ਵੀ ਹੈਗੇ ਆ। ਅਸਲ ਰੰਧਾਵਾ ਜਿਹੜਾ ਹੈਗਾ ਉਹ ਪਾਕਿਸਤਾਨ ਦਾ ਮੁਸਲਮਾਨ ਜਿਹੜਾ ਕਿ ਉਹ ਰਾਈਟਰ ਹੈਗਾ। ਓਕੇ, ਇੱਧਰ ਸਾਡੇ ਰੰਧਾਵੇ ਬਹੁਤ। ਓਕੇ ਜੀ, ਮਿਹਰਬਾਨੀ ਜੀ। ਸ਼ੇਰਸ਼ਾਹ ਸੂਰੀ ਤਾਂ ਮੁਗਲ ਬਾਦਸ਼ਾਹ ਬੜਾ ਵੱਡਾ, ਉਹਦੇ ਤੇ ਬਹੁਤ ਵੱਡਾ ਦੇਣ ਵਾ ਵੈਸੇ ਉਹਦੇ ਰਾਜ ਦੀ ਜਿਹੜੀ ਕਿਤੇ ਆਪਾਂ ਗੱਲ ਕਰੀਏ ਤਾਂ ਉਹ ਵਿਲੱਖਣ ਹੀ ਰਾਜ ਸੀਗਾ ਜੀ। ਉਹਦਾ ਵਿਲੱਖਣ ਜਿਹੜੀ ਮੈਂ ਤੁਹਾਡੀ ਇਹ ਗੱਲ ਤੁਸੀਂ ਸੁਣਦੇ ਹੋ ਮੰਨਣਯੋਗ ਹੈ ਜੀ, ਕਿਉਂਕਿ ਉਹ ਜਿਹੜੇ ਬੁਰਜ ਨੇ ਨਾ ਕੋਈ ਬਹੁਤੀ ਦੂਰ ਤੇ ਨਹੀਂ ਕਿ ਵੀ ਜੇ ਅੱਜ ਅਸੀਂ ਗੱਲ ਕਰੀਏ ਨਾ ਆ ਪਿੱਛੇ ਜੇ ਅਸੀਂ ਵਹੀਕਲ ਸਾਰੇ ਬੰਦ ਹੋ ਗਈ ਸੀ, ਸਟੇ ਐਟ ਹੋਮ ਲਾਕਡਾਊਨ ਲੱਗ ਗਿਆ ਸੀ ਹਨਾ, ਤੇ ਮਤਲਬ ਪਸ਼ੂ ਪੰਛੀ ਜਾਨਵਰ ਜਿਹੜੇ ਜੰਗਲੀ ਸੀਗੇ ਬਾਹਰ ਨਿਕਲ ਆਏ ਵੀ ਕਿਸਾਨ ਜਾਨਵਰ ਗਏ ਕਿੱਥੇ, ਆਪਣੇ ਜਿਹੜੇ ਇਨਸਾਨ ਨੇ ਉਹ ਗਏ ਕਿੱਥੇ, ਜਾਨਵਰ ਲੱਭਣ ਆ ਗਏ ਸੀ ਸਾਨੂੰ ਘਰਾਂ ਦੇ ਵਿੱਚੋਂ ਹਨਾ। ਨਾ ਕੋਈ ਗੱਡੀ ਚੱਲਦੀ ਆ, ਨਾ ਕੋਈ ਹਾਰਨ ਵੱਜਦਾ, ਨਾ ਕੋਈ ਪੋਲੂਸ਼ਨ ਪੈਦਾ ਹੋ ਰਿਹਾ, ਵੀ ਕੀ ਹੋ ਗਿਆ, ਸਾਡਾ ਰਾਜ ਆ ਗਿਆ। ਉਸ ਵਕਤ ਤੁਸੀਂ ਦੇਖੋ ਕਿ ਕਿੰਨਾ ਕੋਈ ਵਹੀਕਲ ਨਹੀਂ ਸੀ, ਕੋਈ ਸ਼ੋਰ ਸ਼ਰਾਬਾ ਨਹੀਂ ਸੀ, ਕੋਈ ਪੀ ਪੈ ਨਹੀਂ ਸੀ, ਇਸ ਤਰ੍ਹਾਂ ਸ਼ਾਂਤੀ ਸੀਗੀ, ਕਿੰਨੇ ਚੰਗੇ ਵਧੀਆ ਉਸ ਵਕਤ ਕਹਿ ਲਓ ਕਿ ਵਾਤਾਵਰਨ ਸੀਗਾ। ਚਲੋ ਸਮਾਂ ਤੇ ਜਿਹੋ ਜਿਹਾ ਹੈਗਾ ਸੀ ਉਹ ਹੈਗਾ ਹੀ ਸੀਗਾ, ਪਰ ਉਹ ਢੋਲਕੀ ਦੀ ਜਾਂ ਛੈਣੇ ਦੀ ਆਵਾਜ਼ ਜਾਂ ਜਿਹੜੀ ਨਗਾਰੇ ਦੀ ਆਵਾਜ਼ ਆ ਇੱਕ ਤੋਂ ਦੂਜੀ ਥਾਂ ਤੇ ਪਹੁੰਚਣੀ ਕੁਝ ਸੈਕਿੰਡਾਂ ਦੇ ਵਿੱਚ, ਕੁਝ ਮੈਂ ਕਿਹਾ ਮਿੰਟਾਂ ਦੇ ਵਿੱਚ ਹੀ ਉਹ ਦਿੱਲੀ ਪਹੁੰਚ ਜਾਂਦੀ ਹੋਊਗੀ। ਤਾਰ ਹੀ ਖੜਕਦੀ ਹੈ ਨਾ ਇੱਕ ਕਿਸਮ ਦਾ। ਵੇਖੋ ਤੁਸੀਂ ਕਿੱਡਾ ਵੱਡਾ ਸਿਸਟਮ ਆ ਵੀ ਇੱਕ ਢੋਲ ਵੱਜਾ, ਇੱਕ ਢੋਲ ਦੀ ਖੜਾਕ ਦੂਜੇ ਪਾਸੇ ਗਈ, ਦੂਜੇ ਨੇ ਤੀਜੇ, ਤੀਜੇ ਨੇ ਚੌਥੇ, ਚੌਥੇ ਨੇ ਪੰਜਵੇਂ ਤੇ ਉਹ ਜਿਹੜੇ ਤੁਸੀਂ ਜਿਨ੍ਹਾਂ ਨੇ ਬੁਰਜ ਵੇਖੇ ਅਸੀਂ ਵੇਖੇ ਆ ਉਹ ਬਹੁਤੀ ਦੂਰੀ ਤੇ ਨਹੀਂ, ਇਹ ਗੱਲ ਮੰਨਣਯੋਗ ਆ। ਆਪਾਂ ਉਹ ਪਤਾ ਕਰ ਲਾਂਗੇ ਕਿੰਨੇ ਕਿੰਨੇ ਕਿਲੋਮੀਟਰ ਦੇ ਦਾਇਰੇ 'ਚ ਹੈਗੇ ਆ, ਤੇ ਉਹ ਹੋ ਸਕਦਾ ਕਿ ਉਹ ਸੁਨੇਹਾ ਦੇਣ ਵਾਲੀ ਇਹ ਹੋ ਸਕਦਾ ਇੱਕ ਸੁਚੇਤ ਕਰਨ ਵਾਸਤੇ ਵੀ ਹੋਵੇ ਕਿ ਆਪਣੇ ਸਿਪਾ ਸਲਾਰ ਉਹਨਾਂ ਦੇ ਰੈਡੀ ਤਿਆਰ ਰਹਿੰਦੇ ਹੋਣ ਹਨਾ। ਉਹ ਡਾਕ ਸਿਸਟਮ ਹੀ ਉਹਨਾਂ ਨੇ ਕੀਤਾ ਸੀ ਸ਼ੇਰਸ਼ਾਹ ਸੂਰੀ। ਬਿਲਕੁਲ। ਵੈਸੇ ਉਹਨਾਂ ਦਾ ਦਿਲਬਾਗ ਜੀ ਜੋ ਪੈਦਾਇਸ਼ੀ ਨਾਮ ਸੀ ਉਹ ਹੈਗਾ ਸੀ ਫਰੀਦ ਖਾਨ ਸ਼ੇਰਸ਼ਾਹ ਸੂਰੀ ਜੀ, ਔਰ ਨਾਮ ਬਦਲਿਆ ਸੀ, ਉਹਨਾਂ ਨੇ ਸ਼ੇਰ ਨੂੰ ਮਾਰਿਆ ਸੀ ਤਾਂ ਇੱਕ ਰਾਜਾ ਨੇ ਦੇਖਿਆ ਔਰ ਉਹਨਾਂ ਨੇ ਉਹਦਾ ਨਾਮ ਸ਼ੇਰਸ਼ਾਹ ਕਰ ਦਿੱਤਾ ਸੀ ਜੀ। ਸੋ ਵੌਇਸ ਆਫ ਸਿਟੀ 1320 AM ਤੇ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਰੰਗਲਾ ਪੰਜਾਬ। ਜਿਵੇਂ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਂ ਲਈਏ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਤਾਂ ਨਾਂ ਜਿਹੜਾ ਮਾਧੋ ਦਾਸ ਬਿਰਾਗੀ, ਹਾਂਜੀ, ਤੇ ਹੋਰ ਵੀ ਨਾਂ ਆਉਂਦੇ ਨੇ ਹਿਸਟਰੀ ਦੇ ਵਿੱਚ। ਤੇ ਜਦੋਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੂੰ ਜਦੋਂ ਪੂਰਨ ਉਸਤਾਦ ਨੂੰ ਮਿਲ ਗਿਆ, ਜਦੋਂ ਪਹੁੰਚੇ ਹੋਏ ਰੱਬ ਨੂੰ ਮਿਲਿਆ ਤਾਂ ਫਿਰ ਉਹਦੇ ਚਰਨਾਂ 'ਚ ਢਹਿ ਪਿਆ ਵੀ ਮੈਂ ਤੇ ਤੇਰਾ ਬੰਦਾ। ਤੇ ਫਿਰ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਵੇ ਖੰਡੇ ਬਾਟੇ ਦੀ ਜਦੋਂ ਪਹੁ ਲੈ ਲਈ ਤੇ ਫਿਰ ਮਾਧੋ ਦਾਸ ਬਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਿਆ। ਸੋ ਇਸੇ ਤਰ੍ਹਾਂ ਬਈ ਜਿਹੜੇ ਕੋਈ ਕਾਰਨਾਮੇ ਕਰਦੇ ਨੇ ਉਸ ਵਕਤ ਨਾਂ ਰੱਖ ਦਿੱਤੇ ਜਾਂਦੇ ਸੀ। ਅਕੀਦਾ ਸਾਹਿਬ ਅੱਜ ਕੁਝ ਟੈਕਨੀਕਲ ਥੋੜ੍ਹੀ ਜਿਹੀ ਸਿਸਟਮ ਨੇ ਸਾਡਾ ਸਾਥ ਨਹੀਂ ਦਿੱਤਾ, 7-8 ਮਿੰਟ ਸਾਡੇ ਜਾਇਆ ਹੋਏ ਨੇ, ਉਹ ਅਸੀਂ ਕਵਰ ਕਰਨੇ ਨੇ ਅੱਜ ਤੁਹਾਡੇ ਕੋਲ। ਇੱਥੋਂ ਆਗਿਆ ਲੈਣੇ ਤੇ ਕੱਲ ਨੂੰ ਮਿਲਦੇ ਹਾਂ। ਧੰਨਵਾਦ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।